ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਕੌਨਕਲੇਵ 2023 ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਵੋਟਾਂ ਪੈਣ ਨੂੰ ਮਹਿਜ਼ 5 ਦਿਨ ਬਾਕੀ ਬਚੇ ਨੇ ਔਰ ਮੋਦੀ ਕੈਬਨਿਟ ਦੇ ਬਹੁਤ ਸਾਰੇ ਵੱਡੇ ਚਿਹਰੇ ਅੱਜ ਕੱਲ੍ਹ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ। ਜਲੰਧਰ ਇਲੈਕਸ਼ਨ ਤੇ ਦੇਸ਼ ਦੀ ਰਾਜਨੀਤੀ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ, ਜਿਹੜੇ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਕਰੀਬੀ ਲੀਡਰ ਤੇ ਕੈਬਨਿਟ ਦੇ ਸਭ ਤੋਂ ਪਾਵਰਫੁਲ ਮਿਨਿਸਟਰਸ ਦੇ ਵਿੱਚ ਗਿਣੇ ਜਾਂਦੇ ਨੇ। ਸਾਡੇ ਨਾਲ ਦੈਨਿਕ ਸਵੇਰਾ ਕੌਨਕਲੇਵ ਦੇ ਮੰਚ ਤੇ ਖਾਸ ਤੌਰ ਤੇ ਪਹੁੰਚ ਰਹੇ ਨੇ ਯੂਨੀਅਨ ਮਿਨਿਸਟਰ ਜਤਿੰਦਰ ਸਿੰਘ। ਜਤਿੰਦਰ ਸਿੰਘ ਹੁਣਾਂ ਦੇ ਨਾਲ ਅਸੀਂ ਚਰਚਾ ਕਰਾਂਗੇ ਜਲੰਧਰ ਇਲੈਕਸ਼ਨ ਨੂੰ ਲੈ ਕੇ, ਪੋਲੀਟੀਕਲ ਕਰੀਅਰ ਤੇ ਇੱਕ ਝਾਤ ਮਾਰਾਂਗੇ। ਉਸ ਤੋਂ ਪਹਿਲਾਂ ਦੈਨਿਕ ਸਵੇਰਾ ਨਿਊਜ਼ ਨੈਟਵਰਕ ਦੇ ਚੇਅਰਮੈਨ ਸ਼੍ਰੀ ਸ਼ੀਤਲ ਵਿਜ ਜੀ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਕਾਈਂਡਲੀ ਮੰਚ ਤੇ ਆਉਣ ਤੇ ਜਤਿੰਦਰ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਭੇਟ ਕਰਨ। ਸੋ ਯੂਨੀਅਨ ਮਿਨਿਸਟਰ ਜਤਿੰਦਰ ਸਿੰਘ ਹੁਣਾਂ ਦੇ ਨਾਲ ਪੰਜਾਬ ਦੀ ਰਾਜਨੀਤੀ ਤੇ ਦੇਸ਼ ਦੀ ਰਾਜਨੀਤੀ ਦੇ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਝਾਤ ਮਾਰ ਲੈਂਦੇ ਆ ਜਤਿੰਦਰ ਸਿੰਘ ਹੁਣਾਂ ਦੇ ਸਿਆਸੀ ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਇੱਕ ਇਹ ਵੀ ਪਲੇ ਕਰਾਂਗੇ ਬਹੁਤ ਥੋੜੇ ਸਮੇਂ ਦੇ ਵਿੱਚ। ਇੱਕ ਨਜ਼ਰ। ਜਤਿੰਦਰ ਸਿੰਘ ਦਾ ਜਨਮ 6 ਨਵੰਬਰ 1956 ਨੂੰ ਜੰਮੂ ਕਸ਼ਮੀਰ ਦੇ ਇੱਕ ਡੋਗਰਾ ਪਰਿਵਾਰ 'ਚ ਹੋਇਆ। ਸਿਆਸਤਦਾਨ ਹੋਣ ਦੇ ਨਾਲ-ਨਾਲ ਜਤਿੰਦਰ ਸਿੰਘ ਇੱਕ ਡਾਕਟਰ ਵੀ ਨੇ। ਜਤਿੰਦਰ ਸਿੰਘ ਨੇ ਸਟੈਨਲੀ ਮੈਡੀਕਲ ਕਾਲਜ ਤੋਂ MBBS ਅਤੇ ਏਮਸ ਤੋਂ MD ਦੀ ਡਿਗਰੀ ਹਾਸਲ ਕੀਤੀ, ਜਿਸ ਦੇ ਚਲਦੇ ਹੀ ਉਹ ਮੋਦੀ ਕੈਬਨਿਟ ਦੇ ਸਭ ਤੋਂ ਪੜ੍ਹੇ ਲਿਖੇ ਮੰਤਰੀਆਂ ਦੇ ਵਿੱਚੋਂ ਇੱਕ ਨੇ। ਅਖਬਾਰ ਦੇ ਕਾਲਮਨਿਸਟ ਵਜੋਂ ਵੀ ਉਹਨਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਸਾਲ 2008 ਦੇ ਵਿੱਚ ਉਹਨਾਂ ਨੂੰ ਸ਼੍ਰੀ ਅਮਰਨਾਥ ਸੰਘਰਸ਼ ਸਮਿਤੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ। 2022 ਚ BJP ਜੁਆਇਨ ਕਰਨ ਲਈ ਉਹਨਾਂ ਨੇ ਸਰਕਾਰੀ ਮੈਡੀਕਲ ਕਾਲਜ ਜੰਮੂ ਦੇ ਵਿੱਚ ਐਂਡੋਕ੍ਰਾਈਨੋਲੋਜੀ ਦੇ ਪ੍ਰੋਫੈਸਰ ਵਜੋਂ ਸੇਵਾ ਮੁਕਤੀ ਲੈ ਲਈ। ਮਾਰਚ 2014 ਚ ਭਾਰਤੀ ਜਨਤਾ ਪਾਰਟੀ ਨੇ ਜੰਮੂ ਦੇ ਉਦਮਪੁਰ ਤੋਂ ਉਹਨਾਂ ਨੂੰ ਉਮੀਦਵਾਰ ਚੁਣਿਆ ਤੇ ਜਤਿੰਦਰ ਸਿੰਘ ਨੇ ਇਥੋਂ ਸ਼ਾਨਦਾਰ ਜਿੱਤ ਹਾਸਲ ਕਰਕੇ ਮੋਦੀ ਕੈਬਨਿਟ ਦੇ ਵਿੱਚ ਵੀ ਐਂਟਰੀ ਲੈ ਲਈ। ਜਤਿੰਦਰ ਸਿੰਘ ਨੂੰ ਮਿਨਿਸਟਰ ਆਫ ਸਟੇਟ ਫਾਰ ਪ੍ਰਾਈਮ ਮਿਨਿਸਟਰਸ ਆਫਿਸ, ਪਰਸੋਨਲ ਪਬਲਿਕ ਗ੍ਰੀਵੈਂਸਸ ਅਤੇ ਪੈਨਸ਼ਨ ਵਿਭਾਗ ਸੌਂਪਿਆ ਗਿਆ। ਇਹਦੇ ਨਾਲ ਡਿਪਾਰਟਮੈਂਟ ਆਫ ਐਟੋਮਿਕ ਐਨਰਜੀ ਐਂਡ ਡਿਪਾਰਟਮੈਂਟ ਆਫ ਸਪੇਸ ਦਾ ਜ਼ਿੰਮਾ ਵੀ ਦਿੱਤਾ ਗਿਆ, ਜਦਕਿ ਮਿਨਿਸਟਰ ਆਫ ਸਾਇੰਸ ਐਂਡ ਟੈਕਨੋਲੋਜੀ ਦਾ ਕਾਰਜਭਾਰ ਵੀ ਉਹਨਾਂ ਨੂੰ ਸੌਂਪਿਆ ਗਿਆ। 2019 ਚ ਮੁੜ ਉਦਮਪੁਰ ਸੀਟ ਜਿੱਤਣ ਤੇ ਉਹਨਾਂ ਦੇ ਵਿਭਾਗਾਂ ਨੂੰ ਬਰਕਰਾਰ ਰੱਖਿਆ ਗਿਆ, ਜਿਸ ਦੇ ਤਹਿਤ ਉਹ ਲਗਾਤਾਰ ਦੇਸ਼ ਦੇ ਵਿਕਾਸ ਲਈ ਵੱਡੇ ਕਦਮ ਚੁੱਕਦੇ ਹੋਏ ਨਜ਼ਰ ਆ ਰਹੇ ਨੇ। ਅਸੀਂ ਦੈਨਿਕ ਸਵੇਰਾ ਕੌਨਕਲੇਵ 2023 ਜਲੰਧਰ ਦੀ ਜੰਗ ਦੇ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕਰਦੇ ਹਾਂ। ਜਤਿੰਦਰ ਜੀ, ਸਭ ਤੋਂ ਪਹਿਲਾਂ ਤੁਹਾਡੇ ਕੋਲ ਪਬਲਿਕ ਗ੍ਰੀਵੈਂਸਸ ਦਾ ਵਿਭਾਗ ਵੀ ਹੈਗਾ। ਤੁਸੀਂ ਹੁਣ ਸਭ ਤੋਂ ਪਹਿਲਾਂ ਇਮਾਨਦਾਰੀ ਨਾਲ ਦੱਸੋ ਕਿ ਲੋਕਾਂ ਦੀਆਂ ਸ਼ਿਕਾਇਤਾਂ ਕੀ ਸੁਣੀਆਂ ਤੁਸੀਂ ਜਲੰਧਰ ਆ ਕੇ, ਔਰ ਤੁਹਾਡੇ ਪਾਰਟੀ ਕੈਡਰ ਨੂੰ ਕੀ ਸ਼ਿਕਾਇਤਾਂ ਹੈਗੀਆਂ ਨੇ? ਕਿਉਂਕਿ ਪਾਰਟੀ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਤਿੰਦਰ ਸਿੰਘ ਹੋਣ ਜਾਂ ਹੋਰ ਵੱਡੇ ਲੀਡਰ ਹੋਣ, ਵੱਡੇ ਚਿਹਰੇ ਬਹੁਤ ਹੈਗੇ ਆ ਪਰ ਥੱਲੇ ਛੋਟੇ ਵਰਕਰ ਨਹੀਂ ਹੈਗੇ BJP ਕੋ ਪੰਜਾਬ 'ਚ। ਗ੍ਰੀਵੈਂਸ ਦਾ ਜਿਹੜਾ ਵਿਭਾਗ ਹੈ ਉਹਨੂੰ ਲੈ ਕੇ ਪਹਿਲਾਂ ਜੇ ਗੱਲ ਕਰੀਏ ਤੇ ਵਿਭਾਗੀ ਸਤਰ ਤੇ ਤੁਹਾਨੂੰ ਸੁਣ ਕੇ ਸ਼ਾਇਦ ਥੋੜ੍ਹੀ ਹੈਰਾਨਗੀ ਹੋਵੇਗੀ ਕਿ ਸਰਕਾਰ ਵਿੱਚ ਗ੍ਰੀਵੈਂਸ ਸੁਣਨ ਦੀ ਕੋਈ ਆਦਤ ਹੀ ਨਹੀਂ ਸੀ ਪਹਿਲਾਂ 2014 ਤੋਂ ਪਹਿਲਾਂ। ਲੇਕਿਨ ਮੋਦੀ ਜੀ ਦਾ ਇਹ ਮੰਨਣਾ, ਉਹਨਾਂ ਨੇ ਆਉਂਦੇ ਹੀ ਕਿਹਾ ਮੈਕਸੀਮਮ ਗਵਰਨੈਂਸ ਮਿਨੀਮਮ ਗਵਰਨਮੈਂਟ। ਕਹਿਣ ਦਾ ਕਿ ਮੁਰਾਦ ਇਹ ਕਿ ਐਸੀ ਸਰਕਾਰ ਜਿਹੜੀ ਹੋਵੇ ਵੀ ਤੇ ਨਾ ਵੀ ਹੋਵੇ ਕਿ ਸਾਨੂੰ ਪਤਾ ਕਿ ਸਾਡਾ ਇੱਕ ਵਸੀਲਾ ਹੈ ਲੇਕਿਨ ਉਹ ਸਾਡੇ ਤੇ ਹਾਵੀ ਨਹੀਂ ਹੋ ਰਿਹਾ। ਔਰ ਇਸ ਵਾਸਤੇ ਸ਼ਿਕਾਇਤ ਦਰਜ ਕਰਨਾ ਤੇ ਸ਼ਿਕਾਇਤ ਨਿਵਾਰਨ ਇੱਕ ਬੜਾ ਪ੍ਰਮੁੱਖ ਅੰਗ ਹੈ ਉਹਦਾ। ਅਸੀਂ ਉਸ ਨੂੰ ਆਨਲਾਈਨ ਕਰਤਾ, CP ਗ੍ਰਾਮ ਕੀਤਾ। ਨਤੀਜਾ ਇਹ ਕਿ 2014 ਤੋਂ ਪਹਿਲਾਂ ਪੂਰੇ ਮੁਲਕ ਵਿੱਚੋਂ ਸਿਰਫ 2 ਲੱਖ ਸ਼ਿਕਾਇਤਾਂ ਆਉਂਦੀਆਂ ਸੀਆਂ ਸਰਕਾਰ ਨੂੰ, ਹੁਣ ਵੱਧ ਕੇ ਉਹਦੀ ਤਾਦਾਦ ਹੋ ਗਈ 20 ਲੱਖ, ਯਾਨੀ 10 ਗੁਣਾ ਕੋਲੋਂ ਜ਼ਿਆਦਾ ਇਜ਼ਾਫਾ। ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਜੀ ਇਹੋ ਜਿਹੀ ਗੱਲ ਤਾਂ ਨਹੀਂ ਕਿ ਮੋਦੀ ਜੀ ਦੀ ਸਰਕਾਰ ਦੇ ਖਿਲਾਫ ਸ਼ਿਕਾਇਤਾਂ ਦੀ ਤਾਦਾਦ ਵੱਧ ਗਈ, ਤੁਸੀਂ ਕਹਿੰਦੇ 2 ਲੱਖ ਤੋਂ 20 ਲੱਖ ਹੋ ਗਈ ਹੈ। ਬਿਲਕੁਲ।
ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਨਹੀਂ, ਇਸ ਗੱਲ ਦਾ ਜਵਾਬ ਅੱਜ ਤੋਂ 150 ਸਾਲ ਪਹਿਲਾਂ ਬਾਬਾ ਗਾਲਿਬ ਦੇ ਗਏ ਸਨ। ਉਹਨਾਂ ਕਿਹਾ ਕਿ ਜਬ ਤਵੱਕੋ ਹੀ ਉੱਠ ਗਈ ਗਾਲਿਬ ਕਿਉਂ ਕਿਸੇ का गिला करे कोई। तो गिला ਉੱਥੇ ਕੀਤਾ ਜਾਂਦਾ ਜਿੱਥੇ ਤਵੱਕੋ ਹੋਏ ਕਿ ਉੱਥੇ ਕੋਈ ਤੁਹਾਡੀ ਗੱਲ ਸੁਣੀ ਜਾਏਗੀ। ਮੋਦੀ ਜੀ ਨੇ ਇੱਕ ਐਸੀ ਵਿਵਸਥਾ, ਇੱਕ ਐਸਾ ਨਿਜ਼ਾਮ ਕਾਇਮ ਕੀਤਾ, 95% ਸ਼ਿਕਾਇਤਾਂ ਦਾ ਜਵਾਬ 5 ਦਿਨਾਂ ਦੇ ਅੰਦਰ, 10 ਦਿਨਾਂ ਦੇ, ਜੇ ਨਾ ਹੋ ਸਕੇ ਤਾਂ ਉਹਦੀ ਵਜ੍ਹਾ ਦੱਸਣੀ, ਤਾਂ ਕਿ ਇੱਕ ਜਵਾਬਦੇਹੀ ਸਰਕਾਰ ਹੋਵੇ ਤੇ ਉਹਦੇ ਨਾਲ ਲੋਕਾਂ ਦੇ 'ਚ ਵਿਸ਼ਵਾਸ ਵਧਿਆ। ਹੁਣ ਆ ਗਈ ਗੱਲ ਕਿ ਜਲੰਧਰ ਦੇ ਲੋਕਾਂ ਨੂੰ ਕੀ ਲੱਗਦਾ ਹੈ ਕਿ ਵੱਡੇ ਨੇਤਾ ਕੋਈ ਵੀ ਹੋਣ ਤੇ ਛੋਟਿਆਂ 'ਤੇ ਵਿਸ਼ਵਾਸ ਨਹੀਂ। ਮੈਨੂੰ ਲੱਗਦਾ ਹੈ ਕਿ ਪਹਿਲਾਂ ਸਾਨੂੰ ਇਹ ਸਮਝਣਾ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਕਾਡਰ ਬੇਸ, ਜਿੱਥੇ ਕੋਈ ਨੇਤਾ ਨਹੀਂ, ਸਾਰੇ ਕਾਰਜਕਰਤਾ ਨੇ। ਇਹਦਾ ਕਲਚਰ ਹੀ ਐਸਾ ਹੈ ਕਿ ਸਾਰੇ, ਔਰ ਕੋਈ ਵੀ ਇਲੈਕਸ਼ਨ ਹੋਵੇ, ਭਾਵੇਂ ਪੰਚਾਇਤ ਦਾ ਹੋਵੇ, ਭਾਵੇਂ ਵਿਧਾਨ ਸਭਾ ਦਾ, ਭਾਵੇਂ ਲੋਕ ਸਭਾ ਦਾ, ਸਾਰੇ ਇਲੈਕਸ਼ਨ ਵਿੱਚ ਉਤਰ ਜਾਂਦੇ ਨੇ। ਔਰ ਇਸ ਪਾਰਟੀ ਦਾ ਇੱਕ ਐਸਾ ਨਿਜ਼ਾਮ ਹੈ ਜਿਹਦੇ 'ਤੇ ਇੱਕ ਅਨੁਸ਼ਾਸਨ ਵੀ ਹੈ, ਪੱਧਤੀ ਵੀ ਹੈ, ਤੇ ਇਹਦਾ ਇੱਕ ਆਈਨ ਹੈ। ਤੇ ਇਹ ਵਿਸ਼ਵਾਸ ਪਾਰਟੀ ਦੇ ਰੱਖਣ ਵਾਲੀ ਗੱਲ ਹੈ, ਇੰਡੀਵਿਜੂਅਲਸ ਤੇ ਨਹੀਂ, ਕਿਉਂਕਿ ਨਾ ਇਹ ਪਾਰਟੀ ਇੰਡੀਵਿਜੂਅਲਾਂ ਨਾਲ ਚੱਲਦੀ ਹੈ, ਨਾ ਖਾਨਦਾਨਾਂ ਨਾਲ ਚੱਲਦੀ ਹੈ, ਨਾ ਪਰਿਵਾਰਾਂ ਨਾਲ ਚੱਲਦੀ ਹੈ। ਜਤਿੰਦਰ ਜੀ, ਤੁਸੀਂ ਗਾਲਿਬ ਦਾ ਸ਼ੇਰ ਸੁਣਾਇਆ ਥੋੜੀ ਦੇਰ ਪਹਿਲੇ, ਮੈਂ ਉਸ ਚੀਜ਼ ਨੂੰ ਕੰਟੀਨਿਊ ਕਰ ਲੈਣਾ। ਬੀਜੇਪੀ ਨੂੰ ਉਹਦਾ ਜਵਾਬ ਇਸ ਤਰ੍ਹਾਂ ਦੇ ਨਾਲ ਹੈਗਾ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ, ਬਤਾ ਕਾਫਿਲਾ ਕਿਉਂ ਲੁੱਟਾ। ਤੁਸੀਂ 30 ਸਾਲ ਤੋਂ ਅਲਾਈਅੰਸ 'ਚ ਇਲੈਕਸ਼ਨ ਲੜਦੇ ਆਏ ਬੀਜੇਪੀ ਦੇ ਨਾਲ, ਅਕਾਲੀ ਦਲ ਦੇ ਨਾਲ। ਉਹਦੇ ਬਾਵਜੂਦ ਵੀ ਹੁਣ ਜਦੋਂ ਅਕਾਲੀ ਦਲ ਤੋਂ ਪਾਰਟੀ ਅਲੱਗ ਹੋਈ ਹੈ ਤੇ ਇਸ ਤਰ੍ਹਾਂ ਲੱਗ ਰਿਹਾ ਕਿ ਪਾਰਟੀ ਰੂਰਲ ਏਰੀਆਜ਼ ਦੇ ਵਿੱਚ ਕੋਲੈਪਸ ਕਰ ਗਈ ਬਿਲਕੁਲ ਹੀ। ਅਰਬਨ ਏਰੀਏ ਦੇ ਵਿੱਚ, ਸ਼ਹਿਰੀ ਖੇਤਰਾਂ ਦੇ ਵਿੱਚ ਪਾਰਟੀ ਦੀ ਕਿਤੇ ਮੌਜੂਦਗੀ ਹੈਗੀ ਹੈ, ਪਰ ਪੇਂਡੂ ਖੇਤਰਾਂ 'ਚ ਪੈਰ ਨਹੀਂ ਲੱਗਦੇ ਪਏ। ਔਰ ਸ਼ਹਿਰ 'ਚ ਜਿੱਥੇ ਪੈਰ ਲੱਗਦੇ ਆ ਉੱਥੇ ਵੀ ਤੁਹਾਨੂੰ ਅਕਾਲੀ ਦਲ ਤੋਂ, ਕਾਂਗਰਸ ਤੋਂ ਲੀਡਰ ਲਿਆਣੇ ਪੈ ਰਿਹਾ, ਉਹਨੂੰ ਟਿਕਟਾਂ ਦੇਣੀਆਂ ਪੈ ਰਹੀਆਂ। ਇਹ ਕਿਉਂ ਹੈ? ਨਹੀਂ, ਤੱਕੋ, ਜਿਹੜਾ ਤੁਹਾਡੀ ਸਵਾਲ ਦਾ ਦੂਜਾ ਹਿੱਸਾ ਹੈ ਉਹਦਾ ਮੈਂ ਪਹਿਲੇ ਜਵਾਬ ਦੇ ਦੇਵਾਂ। ਇਸ ਲਈ ਇੱਕ ਐਸਾ ਮਾਹੌਲ ਬਣਿਆ ਕਿ ਹਰ ਬੰਦਾ ਬੀਜੇਪੀ ਜੁਆਇਨ ਕਰਨਾ ਚਾਹੁੰਦਾ ਹੈ ਤੇ ਤੁਸੀਂ ਕਿਸੇ ਨੂੰ ਇਨਕਾਰ ਵੀ ਨਹੀਂ ਕਰ ਸਕਦੇ। ਕਾਂਗਰਸ ਵਾਲੇ ਵੀ ਸਾਡੇ ਕੋਲ ਨੇ, ਆਮ ਪਾਰਟੀ, ਤੁਸੀਂ ਜਾਓ, ਤੁਸੀਂ ਤੱਕੋ ਜਿੰਨੇ ਸੂਬੇ ਨੇ ਪੁਰਾਣੇ ਸਾਡੇ ਮੁੱਖ ਮੰਤਰੀ, ਸਾਰਾ ਪੰਜਾਬ ਦੇ ਬੀਜੇਪੀ 'ਚ ਆ ਗਿਆ। ਕਾਂਗਰਸ ਜਿਹੜੇ ਮੁੱਖ ਮੰਤਰੀ ਉਹ ਵੀ ਆ ਗਏ, ਜਿਹੜੇ ਮੁੱਖ ਮੰਤਰੀ ਦਾਅਵੇਦਾਰ ਸਨ ਉਹ ਵੀ ਆ ਗਏ। ਬੀਜੇਪੀ ਇੱਕ ਵਿਚਾਰਧਾਰਾ ਦੀ ਪਾਰਟੀ ਹੈ। ਤੁਸੀਂ ਕਮਿਊਨਿਸਟ ਹੈਗੇ ਹੋ। ਬੀਜੇਪੀ ਵਿਚਾਰਧਾਰਾ ਦੀ ਪਾਰਟੀ ਹੈ, ਉਹਦੀ ਇੱਕ ਆਪਣੀ ਆਈਡੀਓਲੋਜੀ ਹੈਗੀ ਹੈ। ਔਰ ਕਾਂਗਰਸ ਦੇ ਤੇ ਬਿਲਕੁਲ ਉਲਟ ਹੈ ਉਹ ਆਈਡੀਓਲੋਜੀ। ਦੇਸ਼ 'ਚ ਦੋ ਹੀ ਪਾਰਟੀਆਂ ਦੇ ਟਕਰਾਅ ਹੈ ਪਿਛਲੇ 100 ਸਾਲਾਂ ਤੋਂ, 80 ਸਾਲਾਂ ਤੋਂ। ਤੇ ਫਿਰ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਕਿ ਬੀਜੇਪੀ ਕਹੇ ਕਿ ਸਾਡੇ ਕੋਲ ਕਾਂਗਰਸੀ ਆਉਂਦੇ ਨੇ ਜਿਹੜੇ ਸਾਡੇ ਨਾਲ 50 ਸਾਲ ਤੋਂ ਲੜਦੇ ਆ ਰਹੇ, ਔਰ ਅੱਜ ਆ ਕੇ ਉਹਨਾਂ ਦਾ ਕਾਂਗਰਸ ਭਾਜਪਾ ਕਰਨ? ਕਿੱਦਾਂ ਹੋ ਸਕਦਾ? ਆਈਡੀਓਲੋਜੀ ਦੀ ਲਾਈਨ ਕਿਵੇਂ ਪਾਰ ਹੋ ਜੂਗੀ? ਉਸ ਗੱਲ ਦਾ ਜਵਾਬ ਇਸ ਤਰ੍ਹਾਂ ਹੈ ਕਿ ਬੀਜੇਪੀ ਇੱਕ ਸੰਗਠਨ ਹੈ। ਜੇ ਕੋਈ ਬਾਹਰੋਂ ਆ ਕੇ ਕਹਿੰਦਾ ਹੈ ਕਿ ਜੀ ਮੈਂ ਤੁਹਾਡੀ ਵਿਚਾਰਧਾਰਾ ਨਾਲ ਮੁਤਮਈਨ ਹੋ ਗਿਆ, ਮੈਂ ਤੁਹਾਡੇ ਵਿਚਾਰ ਵਿੱਚ ਸ਼ਾਮਲ ਹੋਣਾ ਚਾਹੁੰਦਾ, ਤੇ ਮੈਂ ਨਹੀਂ ਸਮਝਦਾ ਕਿ ਇਹ ਇਨਸਾਫ ਹੋਏਗਾ ਉਹਨੂੰ ਕਹਿਣਾ ਨਹੀਂ ਭਾਈ ਤੂੰ ਪਰੇ ਰਹਿ। ਉਹ ਅਗਰ ਸਾਡੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੁੰਦਾ ਹੈ, ਸਾਡੇ ਪਰਿਵਾਰ ਵਿੱਚ ਸਦੱਸਿਅਤਾ ਗ੍ਰਹਿਣ ਕਰਨਾ ਚਾਹੁੰਦਾ ਹੈ, ਹਾਂ, ਉਹਨੂੰ ਆਈਡੀਓਲੋਜੀਕਲੀ ਤੁਸੀਂ ਆਪਣੇ ਨਾਲ ਕਿਸ ਤਰ੍ਹਾਂ ਜੋੜਨਾ ਹੈ ਉਹ ਵਕਤ ਦੇ ਨਾਲ ਹੁੰਦਾ ਹੈ। ਬੀਜੇਪੀ ਆਈਡੀਓਲੋਜੀਕਲੀ ਇੰਨੀ ਸਟਰੋਂਗ ਪਾਰਟੀ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੀ ਆਈਡੀਓਲੋਜੀ ਨਾਲ ਸਮਝੌਤਾ ਕੀਤੇ ਬਗੈਰ ਇਹਦੇ ਵਿੱਚ ਇੰਨੀ ਤੌਫੀਕ ਹੈ ਕਿ ਦੂਜਿਆਂ ਨੂੰ ਆਪਣੇ ਰੰਗ ਵਿੱਚ ਢਾਲ ਲਵੇ। ਤੇ ਜਿਹੜੇ ਦੂਜੇ ਆਉਂਦੇ ਨੇ ਉਹ ਵੀ ਸਾਰਾ ਪਰਖ ਕੇ ਆਉਂਦੇ ਨੇ। ਕੋਈ ਵੰਸ਼ਵਾਦ ਤੋਂ ਤੰਗ ਆਇਆ ਹੁੰਦਾ ਹੈ, ਕੋਈ ਪਰਿਵਾਰਵਾਦ ਦਾ ਪੀੜਿਤ ਹੁੰਦਾ ਹੈ, ਕੋਈ ਪਕਸ਼ਪਾਤ ਦਾ ਪੀੜਿਤ ਹੁੰਦਾ ਹੈ। ਬੀਜੇਪੀ ਇੱਕ ਐਸੀ ਪਾਰਟੀ ਹੈ ਜੋ ਹਰ ਬੰਦੇ ਨੂੰ ਉਹਦੀ ਯੋਗਤਾ, ਉਹਦੀ ਕਾਬਲੀਅਤ ਦੇ ਹਿਸਾਬ ਨਾਲ, ਉਹਦੀ ਸ਼ਮਤਾ, ਉਹਦੀ ਪ੍ਰਤਿਭਾ, ਉਹਦੀ ਤੌਫੀਕ ਦੇ ਹਿਸਾਬ ਨਾਲ ਕਦੀ ਨਾ ਕਦੀ ਸਵੇਰ ਮੌਕਾ ਦਿੰਦੀ ਹੈ। ਤੇ ਇਸ ਵਾਸਤੇ ਇਹਦੇ ਵਿੱਚ ਗੁਣਾਂ ਨੂੰ ਦੇਖ ਕੇ ਜਿਹੜੇ ਆਉਂਦੇ ਨੇ ਸਾਨੂੰ ਜੁਆਇਨ ਕਰਦੇ ਨੇ। ਬੀਜੇਪੀ ਪੰਜਾਬ ਦੇ ਵਿੱਚ ਸਿੱਖ ਸੈਕਸ਼ਨ ਨੂੰ ਆਪਣੇ ਨਾਲ ਜੋੜਨ ਦੀ ਬਹੁਤ ਕੋਸ਼ਿਸ਼ ਕਰ ਰਹੀ ਆ। ਉਹ ਕੋਸ਼ਿਸ਼ਾਂ ਪ੍ਰਧਾਨ ਮੰਤਰੀ ਲੈਵਲ ਤੇ ਵੀ ਹੋਈਆਂ। ਪ੍ਰਧਾਨ ਮੰਤਰੀ ਸਾਹਿਬ ਨੇ ਕਈ ਸਾਰੇ ਐਫਰਟ ਕੀਤੇ ਜਿਹਨੂੰ ਸਿੱਖ ਸੈਕਸ਼ਨ ਨੇ ਐਕਸੈਪਟ ਕੀਤਾ ਔਰ ਬਹੁਤ ਸਾਰੇ ਨੇ ਖੁਸ਼ੀ ਵੀ ਜ਼ਾਹਰ ਕੀਤੀ। ਕਿ ਬੀਜੇਪੀ ਆਨੰਦ ਮੈਰਿਜ ਐਕਟ ਤੇ ਕੋਈ ਡਿਸੀਜਨ ਲੈ ਸਕਦੀ ਹੈਗੀ ਹੈ? ਕਿਉਂਕਿ ਇਹ ਵੀ ਸਿੱਖਾਂ ਦੀ ਬਹੁਤ ਵੱਡੀ, ਪੰਜਾਬੀਆਂ ਦੀ ਬੜੀ ਪੁਰਾਣੀ ਡਿਮਾਂਡ ਹੈਗੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇੱਥੇ ਹੈਗੇ ਸੀਗੇ ਸਟੇਜ ਤੇ, ਉਹ ਕਹਿੰਦੇ ਕਿ ਜੇ ਸੈਂਟਰ ਇਸ ਤੇ ਕੋਈ ਨਹੀਂ ਡਿਸੀਜਨ ਲੈਂਦਾ ਅਸੀਂ ਸਟੇਟ ਦਾ ਲਾਅ ਬਣਾਵਾਂਗੇ। ਬੀਜੇਪੀ ਦਾ ਪੰਜਾਬ ਦੇ ਸਿੱਖ ਸੈਕਸ਼ਨ ਦੇ ਲਈ ਆਨੰਦ ਮੈਰਿਜ ਐਕਟ ਤੇ ਕੀ ਨਜ਼ਰੀਆ ਹੈਗਾ? ਨਹੀਂ, ਮੈਂ ਸਮਝਦਾ ਕਿ ਕਿਸੇ ਇੱਕ ਐਕਟ ਨੂੰ ਅਲੱਗ-ਅਲੱਗ ਅਸੀਂ ਉਹਦੇ ਤਬਸਰਾ ਕਰੀਏ ਜਾਂ ਡਿਸਕਸ ਕਰੀਏ, ਉਹਦੇ ਬਜਾਏ ਤੁਸੀਂ ਕੁੱਲ ਮਿਲਾ ਕੇ ਦੇਖੋ। ਮੋਦੀ ਜੀ ਨੇ ਬਤੌਰ ਵਜ਼ੀਰ ਆਜ਼ਮ ਜਾਂ ਪ੍ਰਧਾਨ ਮੰਤਰੀ ਜਿੰਨਾ ਕੁਝ ਕੀਤਾ ਹੈ ਪੰਜਾਬ ਵਾਸਤੇ, ਇੰਨਾ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਨਹੀਂ ਕੀਤਾ।
ਮੋਦੀ ਜੀ ਨੇ ਜਾਂ ਬੀਜੇਪੀ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਨੇ ਕਦੀ ਇਹ ਨਹੀਂ ਕਿਹਾ ਕਿ ਇੱਥੇ ਵੋਟ ਮਿਲਦਾ ਤੇ ਇੱਥੇ ਜ਼ਿਆਦਾ ਇਹਨਾਂ ਨੂੰ ਫਾਇਦਾ ਜੀ, ਇੱਥੇ ਨਹੀਂ ਮਿਲਦਾ ਇਹਨੂੰ ਥੋੜ੍ਹਾ ਸਬਕ ਸਿਖਾ ਦਿਓ, ਅਗਲੀ ਵਾਰੀ ਸਾਡੇ ਨਾਲ ਆ ਜਾਣ। ਹੁਣ ਪੰਜਾਬ ਹੀ ਤਾਂ ਤੁਸੀਂ ਆਪੇ ਕਿਹਾ ਨਹੀਂ ਸੀ ਸਾਡੀ ਉਸ ਤਰੀਕੇ ਦੀ ਸਰਕਾਰ ਜਾਂ ਉਸ ਤਰੀਕੇ ਦੀ ਪ੍ਰੈਜ਼ੈਂਸ ਜਿਸ ਤਰ੍ਹਾਂ ਕਈ ਹੋਰ ਲੇਕਿਨ ਉਸੇ ਤਰ੍ਹਾਂ ਹਿੱਸਾ ਮਿਲਿਆ। ਹਾਂ, ਇੱਕ ਅਫਸੋਸ ਸ਼ਿਕਾਇਤ ਜ਼ਰੂਰ ਹੈ ਕਿ ਮੋਦੀ ਜੀ ਨੇ ਜਿਹੜੀਆਂ ਜਨ ਹਿੱਤ ਦੀਆਂ ਲੋਕ ਹਿੱਤ ਦੀਆਂ ਸਕੀਮਾਂ ਲਿਆਉਂਦੀਆਂ ਨੇ ਉਹ ਉਸ ਤਰੀਕੇ ਨਾਲ ਧਰਤੀ ਤੇ ਨਹੀਂ ਉਤਰ ਸਕੀਆਂ ਪੰਜਾਬ ਜਿਸ ਤਰ੍ਹਾਂ ਬਾਕੀ ਪ੍ਰਦੇਸ਼ਾਂ 'ਚ ਬਾਕੀ ਸੂਬਿਆਂ 'ਚ ਉਤਰੀਆਂ। ਹੁਣ ਫਰਜ਼ ਕਰੋ ਮਿਸਾਲ ਦੇ ਤੌਰ 'ਤੇ ਤੁਹਾਡੀ ਆਯੁਸ਼ਮਾਨ ਭਾਰਤ ਹੈ, ਇੰਨੀ ਵਧੀਆ ਖੂਬਸੂਰਤ ਸਕੀਮ ਹੈ, ਬੰਦੇ ਨੂੰ ਹੈਲਥ ਇੰਸ਼ੋਰੈਂਸ ਮਿਲਦੀ ਹੈ, 5 ਲੱਖ ਰੁਪਇਆ ਮਿਲਦਾ। ਮੈਂ ਸਮਝਦਾ ਦੁਨੀਆ 'ਚ ਕਿਤੇ ਐਸੀ ਸਕੀਮ ਨਹੀਂ ਹੈ ਜੇ ਕਿ ਹੈਲਥ ਇੰਸ਼ੋਰੈਂਸ ਕਰਦੇ ਵੀ ਹਨ ਤੇ ਪਹਿਲੇ ਬੰਦਾ ਦੇਖਦੇ ਨੇ ਫਿਟਫਾਟ ਹੈ ਕਿ ਨਹੀਂ ਤਾਂ ਇੰਸ਼ੋਰੈਂਸ ਨਹੀਂ ਕਰਦੇ। ਇਹ ਸਕੀਮ ਲੇਕਿਨ ਪੰਜਾਬ ਵਿੱਚ ਕਿਉਂ ਨਹੀਂ ਲਾਗੂ ਹੋਈ, ਇਹਦਾ ਕੌਣ ਜਵਾਬ ਦੇਵੇਗਾ? ਕਿਉਂਕਿ ਜਿਹੜੀਆਂ ਇੱਥੇ ਹਕੂਮਤਾਂ ਸਨ ਜਾਂ ਹੁਣ ਮੌਜੂਦਾ ਹਕੂਮਤਾਂ ਨੇ ਉਹ ਇਸ ਦੀ ਦਿਲਚਸਪੀ ਨਹੀਂ ਰੱਖਦੀਆਂ ਪਈਆਂ। ਤੁਹਾਡੀ ਇੱਕ ਦੂਸਰੀ ਮਿਸਾਲ ਹੈ ਨੌਜਵਾਨਾਂ ਵਾਸਤੇ 70% ਕੋਲੋਂ ਜ਼ਿਆਦਾ ਸਾਡੀ ਆਬਾਦੀ ਨੌਜਵਾਨਾਂ ਦੀ ਹੈ। ਮੁਦਰਾ ਦੀ ਸਕੀਮ ਆਈ, ਲਗਭਗ 700 ਕਰੋੜ ਦੀਆਂ ਲੋਨ ਤਕਸੀਮ ਹੋ ਗਏ ਨੇ ਸਾਰੇ ਮੁਲਕ 'ਚ, ਉਹਦੇ 60-70% ਬੇਟੀਆਂ ਨੇ। 10-15 ਲੱਖ ਰੁਪਇਆ ਉਂਝ ਹੀ ਦੇ ਛੱਡਦੇ ਨੇ ਬੱਚੇ ਨੂੰ, ਜਾਂ ਆਪਣਾ ਕੰਮ ਲਗਾ, ਨਾ ਤੂੰ ਸੂਦ ਦੇਣਾ, ਨਾ ਤੂੰ ਕੋਈ ਗਿਰਵੀ ਰੱਖਣੀ, ਨਾ ਮਾਰਟਗੇਜ ਕਰਨਾ। ਪੰਜਾਬ ਵਿੱਚ ਕਿਉਂ ਨਹੀਂ ਲਾਗੂ ਹੋ ਰਿਹਾ? ਤਾਂ ਮੈਂ ਇਹ ਕਹਿਣਾ ਪਿਆ ਪੰਜਾਬ 'ਚ ਇਹੀ ਸਵਾਲ ਹੈ, ਮੈਂ ਇਹ ਕਹਿਣਾ ਪਿਆ ਕਿ ਇਹਦੇ ਵਿੱਚ ਭਾਵੇਂ ਕੋਈ ਸਿੱਖ ਹੈ ਕਿ ਹਿੰਦੂ ਹੈ ਕਿ ਮੁਸਲਮਾਨ ਹੈ, ਦਲਿਤ ਹੈ ਕਿ ਬ੍ਰਾਹਮਣ ਹੈ ਕਿ ਠਾਕਰ ਹੈ, ਸਾਰਿਆਂ ਵਾਸਤੇ ਇੱਕ ਬਦਕਿਸਮਤੀ ਹੈ ਕਿ ਪੰਜਾਬ ਵਿੱਚ ਉਸ ਤਰੀਕੇ ਦਾ ਇਹਦਾ ਅਸਰ ਨਹੀਂ ਦੇਖਣ ਨੂੰ ਮਿਲਿਆ। ਔਰ ਉਹਦੀ ਪੂਰਤੀ ਵਾਸਤੇ ਵੀ ਜ਼ਰੂਰੀ ਹੈ ਕਿ ਇੱਥੇ ਇੱਕ ਐਸਾ ਨਿਜ਼ਾਮ ਹੋਵੇ ਜਿਹੜਾ ਮੋਦੀ ਜੀ ਦੀ ਅਗਵਾਈ ਤੇ ਜਿਹੜਾ ਮੁਲਕ ਦਾ ਭਲਾ ਹੋ ਰਿਹਾ ਉਹਦਾ ਪੂਰਾ ਫਾਇਦਾ ਲੈਣ ਵਾਸਤੇ ਤਿਆਰ ਹੋਵੇ। ਤੁਸੀਂ ਸਟਾਰਟਅਪਸ ਦਾ ਜ਼ਿਕਰ ਕੀਤਾ, ਪਰ ਪ੍ਰੋਬਲਮ ਇਹ ਵੀ ਹੈਗੀ ਹੈ ਕਿ ਸ਼ਾਇਦ ਬੀਜੇਪੀ ਦੇ ਜਿਹੜਾ ਕੱਢ ਰਿਹਾ ਪੰਜਾਬ ਦਾ ਉਹ ਲੋਕਾਂ ਤੱਕ ਕਨਵੇ ਹੀ ਨਹੀਂ ਕਰ ਪਾ ਰਿਹਾ ਕਿ ਸੈਂਟਰ ਗਵਰਨਮੈਂਟ ਉਹਨਾਂ ਦੇ ਲਈ ਕੀ ਸਕੀਮ, ਕਿਸ ਤਰ੍ਹਾਂ ਦੀਆਂ ਯੋਜਨਾਵਾਂ ਲੈ ਕੇ ਆ ਰਹੀ ਹੈ। ਉਹਦਾ ਕਾਰਨ ਹੈਗਾ ਕਿ ਸ਼ਾਇਦ ਉਹ ਚੀਜ਼ਾਂ ਤੁਹਾਡੇ ਲਈ ਵੋਟਾਂ 'ਚ ਕਨਵਰਟ ਹੋ ਨਹੀਂ ਪਾਉਂਦੀਆਂ। ਸਟਾਰਟਅਪ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਚਰਚਾ ਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਕਹਿੰਦੇ ਕਿ ਅਸੀਂ ਦੇਸ਼ ਨੂੰ ਆਤਮ ਨਿਰਭਰ ਬਣਾਉਣਾ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕਹਿੰਦੀ ਅਸੀਂ ਸਟਾਰਟਅਪਸ ਨੂੰ ਮਦਦ ਕਰਾਂਗੇ। ਤੁਹਾਡੇ ਕੋਲ ਮਿਨਿਸਟਰੀ ਵੀ ਹੈਗੀ ਇਸ ਸੰਬੰਧੀ, ਕੀ ਕੋਈ ਖਾਸ ਯੋਜਨਾ ਜਾਂ ਕੁਝ ਇਸ ਤਰ੍ਹਾਂ ਦਾ ਪੰਜਾਬ ਦੇ ਲਈ ਕੁਝ ਸਪੈਸੀਫਿਕ ਜਾਂ ਸਪੈਸ਼ਲ ਤੁਸੀਂ ਕੋਈ ਦੱਸ ਸਕਦੇ ਹੋ? ਨਹੀਂ, ਤੱਕੋ ਪਹਿਲੀ ਗੱਲ ਤੇ ਹੈ ਇਹ ਸੋਚਣਾ ਗਲਤ ਹੈ ਕਿ ਬੀਜੇਪੀ ਨਹੀਂ ਚਾਹੁੰਦੀ ਸਟਾਰਟਅਪ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਉਤਾਰਨਾ, ਕਿਉਂਕਿ ਉਹਦੇ ਨਾਲ ਸ਼ਾਇਦ ਵੋਟਾਂ ਦਾ ਫਾਇਦਾ ਨਾ ਹੋਵੇ। ਜੇ ਵੋਟਾਂ ਦਾ ਹੀ ਕਰਨਾ ਹੋਵੇ ਤਾਂ ਫਾਇਦਾ ਸਾਰਿਆਂ ਕੋਲ ਜ਼ਿਆਦਾ ਸਟਾਰਟਅਪ ਵਿੱਚ ਹੀ ਹੁੰਦਾ ਕਿ ਸਾਰਾ ਵੋਟ ਨੌਜਵਾਨਾਂ ਦਾ ਇਹਦੇ ਵਿੱਚ ਹੈ। ਲੇਕਿਨ ਅਸੀਂ ਖੈਰ ਵੋਟ ਦੀ ਗੱਲ ਨਹੀਂ ਕਰ ਰਹੇ, ਪਰ ਮੈਂ ਇਹ ਕਹਿ ਰਿਹਾ ਕਿ ਉਹ ਜਿਹਾ ਖਿਆਲ ਰੱਖਣਾ ਉਹ ਕੋਈ ਮੁਨਾਸਿਬ ਨਹੀਂ। ਉਹਨੇ ਜਿੰਨੀਆਂ ਸਕੀਮਾਂ ਨੇ ਸਟਾਰਟਅਪ ਦੀਆਂ ਇਹ ਸਰਕਾਰ ਦੀਆਂ ਨੇ, ਇਹਨਾਂ ਤੇ ਤੁਸੀਂ ਮੰਨੋਗੇ ਨਾ, ਇਹ ਬੀਜੇਪੀ ਦੀਆਂ ਤੇ ਨਹੀਂ ਨੇ। ਹੁਣ ਸਰਕਾਰ ਦੀਆਂ ਸਕੀਮਾਂ ਧਰਤੀ 'ਤੇ ਉਤਾਰਨ ਵਾਸਤੇ ਸਰਕਾਰ ਦਾ ਹੀ ਕਿਸੇ ਹੱਦ ਤੱਕ ਰੋਲ ਰਹਿੰਦਾ ਹੈ। ਜੇ ਇੱਥੇ ਸੂਬੇ ਦੀ ਸਰਕਾਰ ਪੂਰਾ ਤਾਉਨ ਸਹਿਯੋਗ ਨਾ ਕਰੇ ਤੇ ਯਕੀਨਨ ਤੁਹਾਡੀ ਗੱਲ ਠੀਕ ਹੈ, ਉਹ ਉਸ ਤਰੀਕੇ ਦਾ ਫਾਇਦਾ ਨਹੀਂ ਪਹੁੰਚੇਗਾ ਜਿਸ ਤਰ੍ਹਾਂ ਫਰਜ਼ ਕਰੋ ਉੱਤਰ ਪ੍ਰਦੇਸ਼ ਪਹੁੰਚ ਰਿਹਾ ਜਾਂ ਮੱਧ ਪ੍ਰਦੇਸ਼ ਪਹੁੰਚ ਰਿਹਾ, ਅਸਾਮ ਪਹੁੰਚ ਰਿਹਾ, ਜਿਸ ਤਰ੍ਹਾਂ ਕਿ ਜਿੱਥੇ ਸਾਡੀ ਸਹਿਯੋਗੀ ਸਰਕਾਰ ਹੈ। ਬੀਜੇਪੀ ਸਮਾਜਿਕ ਸਤਰ ਤੇ ਕਰ ਸਕਦੀ ਹੈ ਕੰਮ, ਉਹ ਕਰਦੀ ਵੀ ਪਈ ਹੈ। ਲੇਕਿਨ ਜਿਸਲੇ ਸ਼ਾਮਾ ਪ੍ਰਸਾਦ ਮੁਖਰਜੀ ਨੇ ਜਨਸੰਘ ਦੀ ਸਥਾਪਨਾ ਕੀਤੀ ਸੀ ਤੇ ਉਸ ਲਈ ਡਿਬੇਟ ਆਈ ਸੀ ਕਿ ਭਾਈ ਤੁਸੀਂ ਤੇ ਸਮਾਜੀ ਸੰਸਥਾ ਸੋ, ਸੰਘ ਦੀ ਤੁਸੀਂ ਪਾਰਟੀ ਕਿਉਂ ਬਣਾ ਰਹੇ ਹੋ? ਤਾਂ ਉਹਨਾਂ ਇਹੀ ਗੱਲ ਕਿਹਾ ਸੀ ਕਿ ਅਸੀਂ ਆਪਣਾ ਏਜੰਡਾ ਕਿਸ ਤਰ੍ਹਾਂ ਲਾਗੂ ਕਰਾਂਗੇ ਜੇ ਸਾਡਾ ਸਰਕਾਰੀ ਤੰਤਰ ਵਿੱਚ ਕੋਈ ਰੋਲ ਕਿਰਦਾਰ ਨਹੀਂ ਹੋਵੇਗਾ। ਤਾਂ ਸਰਕਾਰੀ ਤੰਤਰ ਜਿਹਦੇ ਹੱਥ ਵਿੱਚ ਹੈ, ਸਾਰਿਆਂ ਕੋਲੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਹੈ। ਇਸੇ ਵਾਸਤੇ ਤੁਹਾਡੀ ਗੱਲ ਨਾਲ ਮੇਰੀ ਗੱਲ ਨੂੰ ਬਲ ਮਿਲਦਾ ਹੈ। ਇਹੋ ਹੀ ਗੱਲ ਵਿੱਚੋਂ ਗੱਲ ਨਿਕਲਦੀ ਹੈ ਕਿ ਬੀਜੇਪੀ ਨੂੰ ਜਿਤਾਓ, ਉਹਦੀ ਸਰਕਾਰ ਇੱਥੇ ਵੀ ਬਣਾਓ, ਉਸੇ ਦੇ ਬੰਦੇ ਇੱਥੋਂ ਚੁਣ ਕੇ ਤੁਸੀਂ MP ਬਣਵਾਓ ਤਾਂ ਕਿ ਸਟਾਰਟਅਪ ਜਿਹੜਾ ਨਹੀਂ ਪਹੁੰਚਿਆ ਪੰਜਾਬ ਉਹ ਸਟਾਰਟ ਹੋ ਜਾਵੇ, ਸਟਾਰਟਅਪ ਸਟਾਰਟ ਹੋ ਜਾਵੇ। ਜਿਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਦੇਹਾਂਤ ਹੋਇਆ, ਪ੍ਰਧਾਨ ਮੰਤਰੀ ਮੋਦੀ ਵੀ ਆਏ, JP ਨੱਡਾ ਵੀ ਆਏ। ਅੱਜ ਅੰਤਿਮ ਅਰਦਾਸ ਦੇ ਸਮੇਂ ਅਮਿਤ ਸ਼ਾਹ ਵੀ ਪਹੁੰਚੇ, ਉਸ ਪਰਿਵਾਰ ਦੇ ਨਾਲ ਬੈਠੇ। ਪੰਜਾਬ ਦੇ ਵਿੱਚ ਹਰ ਰੋਜ਼ ਇਹ ਚਰਚਾਵਾਂ ਬਾਰ-ਬਾਰ ਤੇਜ਼ ਹੋ ਰਹੀਆਂ ਨੇ ਕਿ ਸ਼ਾਇਦ ਅਕਾਲੀ BJP ਹੱਥ ਮਿਲਾ ਲੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਤਰ੍ਹਾਂ ਅਚਾਨਕ ਉਹਨਾਂ ਨੇ 1997 ਦੇ ਵਿੱਚ ਮਿਲਾ ਲਿਆ ਸੀਗਾ, 96 'ਚ ਉਹਨਾਂ ਦਾ ਗੱਠਜੋੜ ਕਿਸੇ ਹੋਰ ਦੇ ਨਾਲ ਹੈਗਾ ਸੀ। ਤੁਸੀਂ ਮੰਨੇ ਜਾਂਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਦੇ ਬਲੂ ਆਈਡ ਬॉय ਹੈਗੇ ਨੇ ਜਤਿੰਦਰ ਸਿੰਘ, ਫਿਰ ਤੁਹਾਨੂੰ ਕੀ ਲੱਗਦਾ ਹੈਗਾ ਮੋਦੀ ਸਾਹਿਬ ਦੀ ਨਜ਼ਰੀਆ ਕੀ ਹੈਗਾ ਅਲਾਈਅੰਸ ਨੂੰ ਲੈ ਕੇ? ਇਹ ਦੋ ਵੱਖਰੀਆਂ ਗੱਲਾਂ ਨੇ। ਜਿੱਥੇ ਤੱਕ ਕਿ ਅਮਿਤ ਸ਼ਾਹ ਸਾਹਿਬ ਦਾ ਇੱਥੇ ਅਰਦਾਸ ਵਿੱਚ ਮੌਜੂਦ ਰਹਿਣਾ ਹੈ ਉਹ ਇੱਕ ਵੱਖਰੀ ਗੱਲ ਹੈ, ਕਿਉਂਕਿ ਇੱਕ ਐਸਾ ਮੌਕਾ ਸੀ। ਬਾਦਲ ਸਾਹਿਬ
ਦਾ ਬੜਾ ਇੱਜ਼ਤਮਾਨ ਸੀ ਪੂਰੇ ਮੁਆਸ਼ਰੇ ਸਮਾਜ ਵਿੱਚ, ਤੇ ਉਹਨਾਂ ਦੇ ਕਾਰਿਆਕਰਮ ਵਿੱਚ ਉਹ ਸ਼ਾਮਲ ਹੋਏ ਨੇ। ਉਹਨਾਂ ਦੇ ਜਾਨਬ ਉਹਨਾਂ ਦੀ ਅਕੀਦਤ ਦਾ ਇੱਕ ਇਜ਼ਹਾਰ ਹੈ, ਉਹਨੂੰ ਅਸੀਂ ਸਿਆਸੀ ਰੰਗ ਦਈਏ, ਉਹ ਮੈਨੂੰ ਲੱਗਦਾ ਹੈ ਬਾਦਲ ਸਾਹਿਬ ਦੇ ਜਾਨਬ ਵੀ ਕੋਈ ਬਹੁਤ ਜ਼ਿਆਦਾ ਅੱਛਾ ਨਹੀਂ ਰਹੇਗਾ। ਬਾਦਲ ਸਾਹਿਬ ਦੀ ਇੱਕ ਆਪਣੀ ਸ਼ਖਸੀਅਤ ਸੀ ਤੇ ਸਿਆਸਤ ਤੋਂ ਉੱਪਰ ਉੱਠ ਕੇ। ਤੇ ਜਿਹੜਾ ਦੂਜੀ ਗੱਲ ਹੈ, ਜਿਹੜਾ ਪਹਿਲਾ ਸਵਾਲ ਹੈ ਕਿ ਕਿਆ ਗਠਬੰਧਨ ਹੋਏਗਾ ਕਿ ਨਹੀਂ ਹੋਏਗਾ, ਬੀਜੇਪੀ ਇੱਕ ਸਾਮੂਹਿਕ ਪਾਰਟੀ ਹੈ, ਉਹਦਾ ਇੱਕ ਪਾਰਲੀਮੈਂਟਰੀ ਬੋਰਡ ਹੈ। ਪੁੱਛਿਆ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਨਜ਼ਰੀਆ ਕੀ ਹੈਗਾ। ਉਹ ਮੈਂ ਉਹੀ ਕਹਿ ਰਿਹਾ ਕਿ ਉਹ ਕਹਿਣ ਦੀ ਪੋਜੀਸ਼ਨ ਵਿੱਚ ਮੈਂ ਨਾ ਹਾਂ ਤੇ ਨਾ ਮੈਂ ਕਹਿਣਾ ਤੇ ਨਾ ਮੈਂ ਕਹਿ ਸਕਦਾ, ਨਾ ਮੈਨੂੰ ਕਹਿਣਾ ਚਾਹੀਦਾ, ਕਿਉਂਕਿ ਇਹ ਸਾਮੂਹਿਕ ਫੈਸਲੇ ਹੁੰਦੇ ਨੇ। ਪਾਰਟੀ ਬੀਜੇਪੀ ਕੋਈ ਇਹ ਕੋਈ ਰਸੋਈ ਘਰ ਦੀ ਪਾਰਟੀ ਨਹੀਂ ਹੈ ਕਿ ਕਾਂਗਰਸ ਪਾਰਟੀ ਹੈ ਖਾਣਾ ਪਰੋਸਦੇ ਮੰਮੀ ਫਲਾਣੇ ਨੂੰ ਟਿਕਟ ਦੇ ਦੇ ਤੇ ਪੁੱਤਰ ਕਹਿੰਦਾ ਮੰਮੀ ਤੇਰੇ ਕਹਿੰਦੇ ਦਿੱਤੀ ਤੇ ਮੇਰੇ ਦੋ ਦੋਸਤਾਂ ਨੂੰ ਵੀ ਦੇ ਦੇ। ਤੋ ਇਹਦੇ ਵਿੱਚ ਇਹ ਕਹਿਣਾ ਕਿਸੇ ਵਾਸਤੇ ਵੀ ਆਸਾਨ ਨਹੀਂ ਹੈ ਕਿ ਇਸ ਬਾਰੇ ਕੀ ਸੋਚ ਹੈ। ਇਹ ਇੱਕ ਸਾਮੂਹਿਕ ਨਜ਼ਰੀਆ ਲਿਆ ਜਾਂਦਾ ਹੈ ਹਾਲਾਤ ਦੇ ਮੁਤਾਬਕ। ਪੰਜਾਬ ਦੇ ਵਿੱਚ ਹੁਣ ਜਦੋਂ ਤੁਹਾਡੀ ਪਾਰਟੀ ਦੇ ਵਿੱਚ ਅਕਾਲੀ ਆ ਗਏ, ਕਾਂਗਰਸੀ ਆ ਗਏ, ਤੁਹਾਡੇ ਲੋਕਲ ਕੈਡਰ ਦੇ ਵਿੱਚ ਇੱਕ ਇਨਸਿਕਿਉਰਿਟੀ ਹੈਗੀ ਆ। ਆਫ ਰਿਕਾਰਡ ਉਹ ਕਹਿੰਦੇ ਕਿ ਸਾਨੂੰ ਤੇ ਡਰ ਹੈ ਵੀ ਸ਼ਾਇਦ ਹੁਣ ਜੋ ਟਿਕਟਾਂ ਮਿਲਣ ਦਾ ਸਮਾਂ ਆਇਆ ਸੀਗਾ ਇਹ ਵੀ ਕੱਟੀਆਂ ਜਾ ਸਕਦੀਆਂ ਨੇ, ਸ਼ਾਇਦ ਕਾਂਗਰਸੀ ਜਾਂ ਅਕਾਲੀਆਂ ਨੂੰ ਪਹਿਲ ਨਾ ਮਿਲ ਜੇ। ਇਹ ਇਨਸਿਕਿਉਰਿਟੀ ਉਹਨਾਂ ਦੇ ਅੰਦਰ, ਤੁਹਾਨੂੰ ਲੱਗਦਾ ਹੈਗਾ ਕਿ ਇਹ ਇਨਸਿਕਿਉਰਿਟੀ ਪਾਰਟੀ ਨੂੰ ਮਜ਼ਬੂਤ ਕਰੇਗੀ ਜਾਂ ਕਿਤੇ ਆਪਣੇ ਕਾਡਰ ਦੇ ਨਾਲ ਦੁਬਾਰਾ ਇਨਜਸਟਿਸ ਹੋ ਸਕਦਾ ਹੈਗਾ, ਔਰ ਜਿਹੜਾ ਸਟੇਟ ਯੂਨਿਟ ਦੇ ਵਿੱਚ ਕੋਈ ਤਬਦੀਲੀ ਕੁਝ ਬਦਲਾਵ ਅਗਲੇ ਦਿਨਾਂ ਦੇ ਵਿੱਚ ਦੇਖੇ ਜਾ ਸਕਦੇ ਨੇ? ਨਹੀਂ ਦੇਖੋ, ਜਿੱਥੇ ਤੱਕ ਟਿਕਟਾਂ ਵੰਡਣ ਦਾ ਤਲਕ ਹੈ ਉਹ ਮੇਰੇ ਦਾਇਰੇ ਅਖਤਿਆਰ ਤੇ ਮੇਰੀ ਜ਼ਿੰਮੇਵਾਰੀ ਤੋਂ ਬਾਹਰ ਦੀ ਗੱਲ ਹੈ, ਲੇਕਿਨ ਇੱਕ ਸਾਡੇ ਪੱਧਤੀ ਜ਼ਰੂਰ ਹੈ। ਉਹ ਇਹ ਵੇ ਕਿ ਇੱਥੇ ਸਰਵੇ ਵੀ ਹੁੰਦੇ ਨੇ, ਕੈਂਡੀਡੇਟ ਦਾ ਪ੍ਰੋਫਾਈਲ ਵੀ ਦੇਖਿਆ ਜਾਂਦਾ ਹੈ, ਉਹਦੀ ਵਿਨੇਬਿਲਿਟੀ ਵੀ ਦੇਖੀ ਜਾਂਦੀ ਹੈ, ਉਸ ਕਾਂਸਟੀਚੁਐਂਸੀ ਦਾ ਕੀ ਪ੍ਰੋਫਾਈਲ ਹੈ, ਉਹਦਾ ਮੇਲ ਕਿਹੜੇ ਕੈਂਡੀਡੇਟ ਨਾਲ ਹੈ ਉਹ ਵੀ ਸਾਰਾ ਵੇਖਿਆ ਜਾਂਦਾ ਹੈ। ਤੇ ਜੇ ਕਿਹਾ ਜਾਏ ਕਿ ਕਿਸੇ ਇੱਕ ਨੂੰ ਟਿਕਟ ਮਿਲੀ ਹੈ ਤੇ 4 ਬੰਦੇ ਜਾਂ 2 ਬੰਦੇ ਜਿਹੜੇ ਨੇ ਉਹ ਰਹਿ ਗਏ ਨੇ, ਉਹ ਵੀ ਗਲਤ ਹੈ ਸੋਚਣਾ, ਕਿਉਂਕਿ ਇਸ ਪਾਰਟੀ 'ਚ ਇੰਨੇ ਸਾਰੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਟਿਕਟ ਕੋਲੋਂ ਵੀ ਵੱਧ ਨੇ। ਤੁਹਾਨੂੰ ਐਮਐਲਏ ਬਣਾਉਣ ਦੇ ਬਜਾਏ ਤੁਹਾਨੂੰ ਕੋਈ ਐਸੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਤੁਸੀਂ ਆਪਣੇ ਵਿੱਚ ਐਮਐਲਏ ਕੋਲੋਂ ਜ਼ਿਆਦਾ ਮੁਤਮਈਨ ਮਹਿਸੂਸ ਕਰੋ, ਕਿਉਂਕਿ ਕੇਕ ਇਜ਼ ਟੂ ਬਿਗ। ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕੋਈ ਪਰਿਵਾਰਵਾਦ ਦੀ ਪਾਰਟੀ ਨਹੀਂ ਹੈ ਕਿ ਵਿੱਚ ਖਾਨਦਾਨ ਦੇ ਕੁੰਭੇ ਦੇ ਵਿੱਚ ਹੀ ਬਣਾਉਣੀਆਂ ਨੇ ਕਿ ਮਾਂ ਪੁੱਤਰ ਧੀ ਦੇ ਭਰਾ ਵਿੱਚ। ਇੱਥੇ ਹਰ ਆਦਮੀ ਵਾਸਤੇ ਮੌਕਾ ਮੌਜੂਦ ਹੈ। ਇਸ ਵਾਸਤੇ ਇਹ ਗੱਲ ਜਿਹੜੀ ਹੈ ਇਹ ਸਿਰਫ ਟਿਕਟ ਵੰਡਾਉਣ ਤੱਕ ਹੀ ਨਹੀਂ ਮੁੱਕਦੀ, ਬਾਕੀ ਉਹਦਾ ਇੱਕ ਸਿਲਸਿਲਾ ਬੜਾ ਆਬਜੈਕਟਿਵ ਹੈ। ਉਹ ਤੁਸੀਂ ਦੇਖਿਆ ਹੋਣਾ, ਇਹ ਕੋਈ ਕਿਸੇ ਨੂੰ ਨਹੀਂ ਕਹਿ ਸਕਦਾ ਕਿ ਮੈਂ ਵੀ ਨਹੀਂ ਕਹਿ ਸਕਦਾ ਮੈਨੂੰ ਅਗਲੀ ਵਾਰੀ ਟਿਕਟ ਮਿਲੇਗੀ, ਕਿਉਂਕਿ ਪਾਰਟੀ ਫੈਸਲਾ ਕਰਦੀ ਹੈ ਇੱਕ ਆਪਣੇ ਮਾਪਦੰਡ ਆਪਣੇ ਪੈਰਾਮੀਟਰ ਦੇ ਆਧਾਰ ਤੇ। ਤੁਸੀਂ ਮਿਨਿਸਟਰ ਆਫ ਸਟੇਟ ਇਨ ਪੀਐਮ ਆਫਿਸ ਹੋ ਗਏ, ਪੀਐਮਓ 'ਚ ਹੈਗੇ ਹੋ। ਜਿਸ ਸਮੇਂ ਪੰਜਾਬ ਦੇ ਸੀਐਮ ਤੇ ਪੰਜਾਬ ਦੇ ਗਵਰਨਰ ਦਾ ਟਕਰਾਅ ਹੁੰਦਾ, ਪ੍ਰਧਾਨ ਮੰਤਰੀ ਸਾਹਿਬ ਉਹਨਾਂ ਉਸ ਚੀਜ਼ ਨੂੰ ਦੇਖਦੇ ਕਿਸ ਤਰ੍ਹਾਂ ਨੇ ਕਿ ਗਵਰਨਰ ਕਹਿੰਦੇ ਕਿ ਮੁੱਖ ਮੰਤਰੀ ਸਾਡੇ ਚਿੱਠੀਆਂ ਪੱਤਰਾਂ ਦਾ ਜਵਾਬ ਨਹੀਂ ਦਿੰਦੇ, ਮੁੱਖ ਮੰਤਰੀ ਕਹਿੰਦੇ ਆ ਕਿ ਗਵਰਨਰ ਹਾਊਸ ਤੇ ਇੱਕ ਚਿੱਟਾ ਹਾਥੀ ਹੈਗਾ, ਇਹਨਾਂ ਦੀ ਕੋਈ ਲੋੜ ਹੀ ਹੈ ਨਹੀਂ, ਕਿਉਂ ਬਣਾਏ ਹੋਏ ਆ, ਸਾਡੀ ਕਹਿੰਦੇ ਸਮਝ 'ਚ ਨਹੀਂ ਆਉਂਦਾ। ਪ੍ਰਧਾਨ ਮੰਤਰੀ ਦਾ ਨਜ਼ਰੀਆ ਇਸ ਟਕਰਾਅ ਨੂੰ ਲੈ ਕੇ ਕੀ ਹੈਗਾ, ਜਾਂ ਜਿਹੜੀ ਬੀਜੇਪੀ ਦੀ ਟੌਪ ਪਲੇਅਰ ਹੈਗੀ ਹੈ ਸਰਕਾਰ ਦੀ, ਉਹ ਦੇਖਦੀ ਕਿਸ ਤਰ੍ਹਾਂ ਇਸ ਟਕਰਾਅ? ਇੱਕ ਪ੍ਰਧਾਨ ਮੰਤਰੀ ਦਾ ਨਜ਼ਰੀਆ ਕੀ ਹੈ ਉਹ ਗੱਲ ਕਰਨ ਦਾ ਮੈਨੂੰ ਅਖਤਿਆਰ ਨਹੀਂ ਤੇ ਨਾ ਉਹਦਾ ਮੇਰੇ ਕੋਲ ਮੈਂਡੇਟ ਹੈ, ਲੇਕਿਨ ਹਾਂ ਇੱਕ ਸ਼ਹਿਰੀ ਦੇ ਨਾਤੇ ਹਰ ਬੰਦਾ ਇਸ ਗੱਲ ਨੂੰ ਕਬੂਲ ਕਰੇਗਾ ਕਿ ਸਾਡੇ ਸੰਵਿਧਾਨ ਦੇ ਜਿਹੜੇ ਨਿਰਮਾਤਾ ਨੇ ਉਹਨਾਂ ਨੇ ਅਲੱਗ-ਅਲੱਗ ਇੰਸਟੀਟਿਊਸ਼ਨ ਕਾਇਮ ਕੀਤੇ ਨੇ ਬੜੇ ਸੋਚ ਵਿਚਾਰ ਦੇ ਬਾਅਦ, ਤੇ ਰਾਜ ਭਵਨ ਦੀ ਇੱਕ ਆਪਣੀ ਮਰਿਆਦਾ ਵੇ। ਜੇ ਮੁੱਖ ਮੰਤਰੀ ਰਾਜਪਾਲ ਨੂੰ ਅਪਸ਼ਬਦਾਂ ਨਾਲ ਮੁਖਾਤਬ ਹੋਣ ਲੱਗੇ ਤੇ ਉਸ ਲੋਕਤਾਂਤਰਿਕ ਪ੍ਰਣਾਲੀ ਦਾ ਫਿਰ ਕੀ ਅਮਲ ਰਹੇਗਾ ਇਹ ਅਸੀਂ ਸਮਝ ਸਕਦੇ ਹਾਂ। ਤੇ ਮੈਨੂੰ ਲੱਗਦਾ ਹੈ ਕਿ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਵੀ ਆਉਂਦੀ ਹੈ। ਇਹ ਬੇਸ਼ੱਕ ਉਹਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੈ, ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਘਰ ਦੇ ਮੁਖੀਆ ਹੁੰਦੇ। ਹੁਣ ਤੁਹਾਡੇ ਬੱਚੇ ਦੇ ਮੁੰਡਨ ਹੁੰਦੇ ਨੇ ਤੇ ਤੁਸੀਂ ਮੁੰਡਨ ਦੇ ਕਾਰਡ ਵੱਡੇ ਤੇ ਉੱਪਰ ਨਾਂ ਤੇ ਆਪਣੇ ਪਿਤਾ ਜੀ ਦਾ ਲਿਖਿਆ ਨਾ, ਇਸੇ ਤਰ੍ਹਾਂ ਗਵਰਨਰ ਇੱਕ ਮੁਖੀਆ ਹੁੰਦਾ ਹੈ, ਇੱਕ ਉਹਦਾ ਮਾਣ ਸਨਮਾਨ ਕਰਨਾ। ਜੇ ਅਸੀਂ ਕਹਿ ਦਈਏ ਇਹਦੀ ਲੋੜ ਹੀ ਕੀ ਹੈ, ਜਿਹੜਾ ਮੁੱਖ ਮੰਤਰੀ ਕਹਿੰਦਾ ਜੀ ਇਹਦੀ ਲੋੜ ਹੀ ਕੀ ਹੈ, ਇਹਨੂੰ ਬੰਦ ਕਰ ਦਿਆ ਹੈ। ਮੁੱਖ ਮੰਤਰੀ ਕਹਿੰਦੇ ਗਵਰਨਰ ਹਾਊਸ ਇੱਕ ਗਵਰਨਰ ਇੱਕ ਚਿੱਟਾ ਹਾਥੀ ਹੈਗਾ, ਕਹਿੰਦੇ ਲੋੜ ਹੀ ਨਹੀਂ, ਔਰ ਉਹ ਇਸ ਸ਼ਬਦ ਦਾ ਇਸਤੇਮਾਲ ਕਰਦੇ ਆ ਕਿ ਸਿਲੈਕਟਡ ਬੰਦੇ ਇਲੈਕਟਡ ਬੰਦਿਆਂ ਨੂੰ ਨਹੀਂ ਦੱਸਣਗੇ। ਇਹੋ ਹੀ ਮੈਂ ਗੱਲ ਕਹਿ ਰਿਹਾ
ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਆਪੇ ਚਿੰਤਨ ਮੰਥਨ ਕਰਨ ਦੀ ਲੋੜ ਹੈ। ਅੱਜ ਸਾਡੇ ਘਰ ਵਿੱਚ ਇੱਕ ਬਜ਼ੁਰਗ ਬੈਠਾ ਹੈ ਤੇ ਮੈਂ ਵੀ ਕਹਾਂ ਚਿੱਟਾ ਹੱਥ ਹੈ, ਨਾ ਕੰਮ ਕਾਜ ਕਰਦਾ ਹੈ, ਪਿਛਵਾੜੇ ਬੈਠਦਾ ਖੰਘਦਾ ਰਹਿੰਦਾ ਹੈ ਤੇ ਉਲਟਾ ਸਾਡੇ ਕਮਾਈ ਦਾ ਅੱਧਾ ਹਿੱਸਾ ਰੋਟੀ ਖਾ ਜਾਂਦਾ। ਅਸੀਂ ਕਹਿੰਦੇ ਆ ਕਦੀ ਨਹੀਂ ਨਾ ਕਹਿੰਦੇ। ਮੈਂ ਉਹੀ ਕਹਿਣਾ ਪਿਆ, ਉਹੀ ਦਰਜਾ ਸਾਡੇ ਰਾਜਪਾਲ ਦਾ। ਉਹ ਇੱਕ ਮੁਖੀਆ ਹੈ, ਸਾਡਾ ਸੰਰਕਸ਼ਕ ਹੈ। ਹਾਂ, ਅਗਰ ਕੋਈ ਔਖਾ ਸੰਕਟ ਆ ਜਾਵੇ ਤਾਂ ਉਸ ਵੇਲੇ ਉਹ ਸਾਡੀ ਸੁਰੱਖਿਆ ਵਾਸਤੇ, ਸਾਡੇ ਸੰਰਕਸ਼ਣ ਵਾਸਤੇ ਤੇ ਮੌਜੂਦ ਹੈ। ਇੱਕ ਸੰਵਿਧਾਨਿਕ ਪ੍ਰਣਾਲੀ ਦੇ ਤਹਿਤ ਰਾਜਪਾਲ ਦਾ ਇੱਕ ਅਹੁਦਾ ਕਾਇਮ ਕੀਤਾ ਗਿਆ ਹੈ, ਉਹਦੀ ਇੱਕ ਮਰਿਆਦਾ ਹੈ। ਉਹ ਹੁਣ ਜੇ ਮੁੱਖ ਮੰਤਰੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਵੇ ਤੇ ਕਿਸ ਕਿਸਮ ਦਾ ਇੱਕ ਕਲਚਰ, ਸੰਸਕ੍ਰਿਤੀ, ਤਹਿਜ਼ੀਬ ਬਣੇਗੀ ਇਸ ਲੋਕਤੰਤਰ ਦੀ। ਮੈਨੂੰ ਤੇ ਇਹ ਗੱਲ ਬੜੀ ਵੱਡੀ ਚਿੰਤਾ ਦੀ ਗੱਲ ਲੱਗੀ ਹੈ। ਪਰ ਪ੍ਰਾਈਮ ਮਿਨਿਸਟਰ ਆਫਿਸ ਜਾਂ ਪੀਐਮਓ ਆਫਿਸ ਇਸ 'ਚ ਕੋਈ ਇੰਟਰਵੀਨ ਨਹੀਂ ਕਰਦਾ ਕਿ ਆਪਣੇ ਗਵਰਨਰ ਦੀ ਬੈਕ ਕਰਨ ਕਿਸੇ ਤਰ੍ਹਾਂ ਦੇ ਨਾਲ? ਤੇ ਉਹਦੇ ਵਕਤ ਦੇ ਹਿਸਾਬ ਨਾਲ ਜਿਹੜੇ ਵੀ ਮੁਤਲਕਾ ਮਹਿਕਮੇ ਨੇ ਉਹ ਦਖਲ ਕਰਦੇ ਨੇ। ਗਵਰਨਰ ਸਿੱਧਾ ਹੋਮ ਮਿਨਿਸਟਰੀ ਦੇ ਤਹਿਤ ਉਹਨਾਂ ਦਾ ਕੰਮਕਾਜ ਚੱਲਦਾ ਹੈ। ਉਹ ਵਕਤ ਤੇ ਉਹ ਨਜ਼ਰੀਆ ਲਿਆ ਜਾਂਦਾ ਹੈ। ਅੱਜ ਕੱਲ੍ਹ ਬਹੁਤ ਚਰਚਾ ਹੋ ਰਹੀ ਹੈ ਕਿ ਸਰਕਾਰ ਦੇ ਕਿਸੇ ਇੰਪੋਰਟੈਂਟ ਮਿਨਿਸਟਰ ਦੀ ਇੱਕ ਆਪੱਤੀਜਨਕ ਵੀਡੀਓ ਗਵਰਨਰ ਸਾਹਿਬ ਕੋ ਪਹੁੰਚੀ ਹੋਈ ਹੈ ਔਰ ਹੋ ਸਕਦਾ ਜਲਦੀ ਉਸ 'ਤੇ ਕੋਈ ਡਿਸੀਜਨ ਲਿਆ ਜਾਏ, ਕੋਈ ਐਕਸ਼ਨ ਲਿਆ ਜਾਏ। ਬੀਜੇਪੀ ਇਸ ਚੀਜ਼ ਨੂੰ ਕਿਵੇਂ ਦੇਖ ਰਹੀ ਹੈ, ਜਾਂ ਗਵਰਨਰ ਸਾਹਿਬ ਦੇ ਨਾਲ ਕਿਸੇ ਤਰ੍ਹਾਂ ਦੀ ਇੰਟਰੈਕਸ਼ਨ ਹੋ ਰਹੀ ਹੈ? ਕੀ ਕੀਤਾ ਜਾਣਾ ਚਾਹੀਦਾ ਇਸ 'ਤੇ? ਮੈਂ ਤੁਹਾਨੂੰ ਫਰੈਂਕਲੀ ਦੱਸਾਂ, ਮੈਨੂੰ ਇਸ ਕਾਰ ਦੀ ਕੋਈ ਜਾਣਕਾਰੀ ਨਹੀਂ। ਹੋ ਸਕੇ ਤੇ ਮੈਨੂੰ ਇਹਦੇ ਬਾਅਦ ਵੀਡੀਓ ਦੱਸਿਓ, ਮੈਂ ਵੀ ਜ਼ਰਾ ਮੇਰਾ ਨੌਲੇਜ ਵਧੇਗਾ। ਉਹ ਵੀਡੀਓ ਕੁਝ ਕਾਂਗਰਸ ਦੇ ਲੀਡਰਾਂ ਦੇ ਕੋਲ ਹੀ ਹੈਗੀ ਹੈ ਫਿਲਹਾਲ ਤੇ। ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ। ਪੰਜਾਬ ਦੇ ਵਿੱਚ ਬਹੁਤ ਡਿਮਾਂਡ ਹੈ ਔਰ ਚਰਚਾ ਹੋ ਰਹੀ ਹੈ ਬਹੁਤ ਗੰਭੀਰਤਾ ਦੇ ਨਾਲ ਇਸ ਚੀਜ਼ ਦੀ ਕਿ ਪੰਜਾਬ ਦੇ ਕੁਝ ਮੋਸਟ ਵਾਂਟਡ ਗੈਂਗਸਟਰ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠੇ ਹੋਏ ਨੇ, ਉਹਨਾਂ ਦੀ ਐਕਸਟ੍ਰੈਡੀਸ਼ਨ ਕਰਾਈ ਜਾਏ, ਉਹਨਾਂ ਨੂੰ ਪੰਜਾਬ ਲਿਆਂਦਾ ਜਾਏ। ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਹੈਗਾ ਸਿੱਧੂ ਮੂਸੇਵਾਲੇ ਦੇ ਕਾਤਲ ਗੋਲਡੀ ਬਰਾੜ ਦਾ। ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਅਮਿਤ ਸ਼ਾਹ ਸਾਹਿਬ ਨੂੰ ਮਿਲ ਕੇ ਆਏ ਸੀ ਔਰ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਤੁਹਾਡੇ ਲਈ ਇਨਸਾਫ ਜ਼ਰੂਰ ਤੁਹਾਨੂੰ ਦਿਵਾਵਾਂਗੇ। ਗੋਲਡੀ ਬਰਾੜ ਨੂੰ ਮੋਸਟ ਵਾਂਟਡ ਲਿਸਟ 'ਚ ਪਾ ਦਿੱਤਾ ਕੈਨੇਡਾ ਨੇ। ਤੁਸੀਂ ਬਹੁਤ ਸਾਰੇ ਮੰਚਾਂ ਤੋਂ ਇਹ ਗੱਲ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੇ ਨਾਲ ਬਹੁਤ ਸਾਰੇ ਮੁਲਕਾਂ 'ਚ ਭਾਰਤ ਦੀ ਇਮੇਜ ਬਿਹਤਰ ਹੋਈ ਹੈ, ਰਿਸ਼ਤੇ ਬਹੁਤ ਵਧੀਆ ਹੋਏ ਨੇ। ਕੀ ਇਸ ਐਕਸਟ੍ਰੈਡੀਸ਼ਨ ਪਾਲਿਸੀ ਨੂੰ ਲੈ ਕੇ, ਇਹਨਾਂ ਨੂੰ ਐਕਸਟ੍ਰੈਡਾਈਟ ਕਰਾਉਣ ਨੂੰ ਲੈ ਕੇ ਸਰਕਾਰ ਦਾ ਕੋਈ ਸੀਰੀਅਸ ਐਫਰਟ ਹੈਗਾ ਜਾਂ ਇਹ ਖਬਰਾਂ ਤੱਕ ਸੀਮਤ ਹੈ? ਨਹੀਂ, ਜਿਸ ਤਰ੍ਹਾਂ ਤੁਸੀਂ ਆਪ ਕਿਹਾ, ਸਾਡੇ ਵਜ਼ੀਰ ਦਾਖਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇੱਕ ਬੜੇ ਮਜ਼ਬੂਤ ਗ੍ਰਹਿ ਮੰਤਰੀ ਮੰਨੇ ਗਏ ਨੇ ਹਿੰਦੁਸਤਾਨ ਦੇ ਬਾਹਰ ਵੀ। ਔਰ ਮੋਦੀ ਜੀ ਦੇ ਕਿਆਦਤ ਵਿੱਚ ਕਈ ਐਸੇ ਫੈਸਲੇ ਹੋਏ ਨੇ ਜਿਹੜੇ ਪਹਿਲੇ ਨਹੀਂ ਸੀ ਹੋਏ ਨੇ। ਜਿਹੜੇ ਭਗੌੜੇ ਸਨ ਉਹਨਾਂ ਦੇ ਖਿਲਾਫ ਕੇਸ ਹੋਏ ਨੇ, ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਈਆਂ ਨੇ। ਜਿੰਨੇ ਵੀ ਲੋਕੀ ਬਾਹਰ ਨੱਠ ਗਏ ਸਨ ਉਹਨਾਂ ਦੀਆਂ ਪ੍ਰਾਪਰਟੀਆਂ ਫਰੋਖਤ ਵੀ ਹੋਈਆਂ ਨੇ, ਕਿਸੇ ਦੀ ਪੈਰਿਸ ਵਿੱਚ, ਕਿਸੇ ਦੀ ਇੰਗਲਿਸਤਾਨ ਵਿੱਚ। ਔਰ ਆਸਤਾ ਕਾਰਵਾਈ ਜਾਰੀ ਹੈ, ਬੜੀ ਸਖਤ ਕਾਰਵਾਈ ਜਾਰੀ ਹੈ। ਲੇਕਿਨ ਹੁਣ ਇਹ ਕਾਨੂੰਨੀ ਇੱਕ ਪ੍ਰੋਸੈਸ ਹੁੰਦਾ ਹੈ ਵੇ। ਲੇਕਿਨ ਇੱਥੇ ਕੋਈ ਕਿਸੇ ਕਿਸਮ ਦੀ ਕੋਈ ਢਿੱਲ ਵਰਤੀ ਜਾ ਰਹੀ ਹੈ ਜਾਂ ਕੋਈ ਸਮਝੌਤਾ ਕੀਤਾ ਜਾ ਰਿਹਾ ਹੈ, ਮੋਦੀ ਜੀ ਦੇ ਹੁੰਦੇ ਇਸ ਗੱਲ ਦੀ ਕੋਈ ਗੁੰਜਾਇਸ਼ ਨਹੀਂ। ਨਹੀਂ, ਗੁੰਜਾਇਸ਼ ਜਤਿੰਦਰ ਜੀ ਇਸ ਤਰ੍ਹਾਂ ਦੇ ਨਾਲ ਹੈਗੀ ਆ ਕਿ ਮੂਸੇਵਾਲੇ ਦੇ ਪਿਤਾ ਹੁਣ ਇੱਥੇ ਕੈਂਪੇਨ ਕਰਦੇ ਜਾਂ ਆਪਣੇ ਲਈ ਇਨਸਾਫ ਦੀ ਮੰਗ ਕਰਦੇ ਨਜ਼ਰ ਆਉਣਗੇ। ਇੱਕ ਸੜਕਾਂ ਤੇ ਮੁਜ਼ਾਹਰਾ ਕਰਦੇ ਜਲੰਧਰ ਦੇ ਇਲਾਕੇ ਦੇ ਵਿੱਚ ਹੀ ਨਜ਼ਰ ਆਉਣਗੇ। ਇਹ ਨਮੋਸ਼ੀ ਨਹੀਂ ਹੈ ਕਿ ਸ਼ਾਇਦ ਉਸ ਪਰਿਵਾਰ ਨੂੰ ਲੱਗਦਾ ਕਿ ਨਾ ਸਟੇਟ ਨੇ ਸਾਡੀ ਮਦਦ ਕੀਤੀ ਨਾ ਸੈਂਟਰ ਕਰ ਪਾਇਆ? ਨਹੀਂ, ਉਹ ਹੋ ਸਕਦਾ ਪਰਿਵਾਰ ਜਾਂ ਜਿਹੜੇ ਹੁੰਦੇ ਉਹ ਪੀੜਿਤ ਹੁੰਦੇ ਨੇ, ਉਹਨਾਂ ਦਾ ਆਪਣਾ ਦੁੱਖ ਹੁੰਦਾ ਹੈ, ਉਹਦਾ ਕੋਈ ਭਰਪਾਈ ਨਹੀਂ ਹੋ ਸਕਦੀ। ਲੇਕਿਨ ਮੋਦੀ ਜੀ ਦੇ ਹੁੰਦੇ ਕਿਤੇ ਕੋਈ ਨਾ ਇਨਸਾਫੀ ਹੋ ਰਹੀ ਹੋਏ, ਮੈਂ ਸਮਝਦਾ ਇਹਦਾ ਤਸੱਵੁਰ ਕਰਨਾ, ਇਹਦਾ ਗੁਮਾਨ ਕਰਨਾ ਵੀ ਮੁਨਾਸਿਬ ਨਹੀਂ ਹੈ। ਔਰ ਐਜ਼ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਤੁਸੀਂ ਦੇਖਿਆ ਜੋ ਕਾਰਵਾਈ ਹੋਈ ਹੈ ਪਿਛਲੇ ਦਿਨਾਂ ਵਿੱਚ, ਕਿਤੇ ਵੀ ਕਿਸੇ ਕਿਸਮ ਦੀ ਕੋਈ ਢਿੱਲੀ ਜਾਂ ਨਰਮੀ ਨਹੀਂ ਵਰਤੀ ਗਈ। ਆਖਰੀ ਸਵਾਲ, ਤੁਸੀਂ ਜੰਮੂ ਕਸ਼ਮੀਰ ਤੋਂ ਆਉਂਦੇ ਹੋ, ਧਾਰਾ 370 ਉੱਥੇ ਹਟਾਈ ਗਈ। 370 ਹਟਾਏ ਜਾਣ ਦਾ ਸਵਾਗਤ ਵੀ ਬਹੁਤ ਵੱਡੇ ਪੱਧਰ ਤੋਂ ਹੋਇਆ। ਕੁਝ ਇੱਕ ਦੋ ਲੋਕਾਂ ਨੇ ਉਸ 'ਤੇ ਸਵਾਲ ਵੀ ਚੁੱਕੇ। ਹੁਣ JNK ਦੇ ਵਿੱਚ ਇਸ ਵਾਰੀ ਤਿਰੰਗੇ ਯਾਤਰਾ ਕੱਢੀਆਂ ਗਈਆਂ, ਉੱਥੇ ਤਿਰੰਗੇ ਫਹਿਰਾਏ ਗਏ। ਕਿਸ ਤਰ੍ਹਾਂ ਦਾ ਮਾਹੌਲ ਹੈਗਾ ਉੱਥੇ? ਔਰ ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ ਜਤਿੰਦਰ ਸਿੰਘ ਸ਼ਾਇਦ ਅਗਲੀ ਵਾਰ ਉੱਥੇ CM ਕੈਂਡੀਡੇਟ ਹੋ ਸਕਦੇ ਨੇ। ਨਹੀਂ, ਉਹ ਮੈਂ ਸਮਝਦਾ ਬਾਕੀ ਗੱਲ ਦਾ ਜਵਾਬ ਕਰਨ ਤੋਂ ਪਹਿਲਾਂ ਇਹ ਗਲਤਫਹਿਮੀ ਦੂਰ ਹੋ ਜਾਏ ਤੇ ਮੁੱਖ ਮੰਤਰੀ ਵਾਲੀ, ਕਿਉਂਕਿ ਘਾਤਕ ਸਾਬਤ ਹੋ ਸਕਦੀ ਹੈ ਤੇ ਨਾਰਾਜ਼ ਹੋ ਜਾਏਗਾ ਹਾਈ ਕਮਾਂਡ। ਨਹੀਂ, ਮੈਂ ਤੁਹਾਡੇ ਮੰਚ ਤੋਂ ਕਹਾਂ, ਕੋਈ ਆਸ਼ਾ, ਨਾ ਅਭਿਲਾਸ਼ਾ, ਨਾ ਆਸ਼ਾ, ਨਾ ਕਾਂਸ਼ਾ, ਨਾ ਮਹਤਵਾਕਾਂਸ਼ਾ। ਜੋ ਕੰਮ ਦਿੱਤਾ ਹੋਇਆ ਹੈ ਪਾਰਟੀ ਨੇ, ਉਸ ਦੇ 'ਚ ਅਸੀਂ ਮੁਤਮਈਨ ਹਾਂ। ਉਹ
ਆਪਣੀ ਸ਼ਮਤਾ, ਆਪਣੀ ਜਿਤਨੀ ਸਮਝ ਹੈ ਉਹਦੀ ਮੁਨਾਸਬਤ ਨਾਲ ਨਿਭ ਜਾਏ ਤੇ ਉਹੀ ਸਮਝੋ ਪਰਮਾਤਮਾ ਦੀ ਮਿਹਰ ਹੈ ਤੇ ਗੁਰੂਆਂ ਦੀ ਮਿਹਰ ਹੈ। ਉਹਦੇ ਕੋਲੋਂ ਜ਼ਿਆਦਾ ਹੋਰ ਕੁਝ ਨਹੀਂ, ਕਿਉਂਕਿ ਪਾਰਟੀ ਜਿਹੜਾ ਵੀ ਕੰਮ ਜਿਹਨੂੰ ਜੋ ਮੁਨਾਸਿਬ ਹੈ ਉਹਨੂੰ ਦਿੰਦੀ ਹੈ। ਤੇ ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ ਕਿ ਕਿਸੇ ਕੁਰਸੀ ਤੇ ਬੈਠਣ ਨਾਲ ਕੋਈ ਜ਼ਿਆਦਾ ਰੁਤਬਾ ਵੱਧ ਜਾਂਦਾ ਹੈ। ਕਈ ਲੋਕਾਂ ਨੇ ਐਸੇ ਅੱਛੇ ਕੰਮ ਕੀਤੇ ਨੇ ਕੁਰਸੀਆਂ ਦੇ ਬਗੈਰ ਵੀ ਉਹਨਾਂ ਦੇ ਰੁਤਬੇ ਬਣੇ ਨੇ। ਮੈਨੂੰ ਨਹੀਂ ਲੱਗਦਾ ਕਿ ਉਸ ਕਿਸਮ ਦੀ, ਔਰ ਸਾਡੀ ਬੀਜੇਪੀ ਦੀ ਪਾਰਟੀ ਵੀ ਜਿਹੋ ਜਿਹਾ ਕੋਈ ਕਲਚਰ ਵੀ ਨਹੀਂ ਹੈ ਕਿ ਕੋਈ ਮਹੱਤਵਾਕਾਂਸ਼ਾ ਰੱਖੀ ਜਾਏ, ਕਿਉਂਕਿ ਨਾ ਵੰਸ਼ਵਾਦ ਹੈ ਨਾ ਕੁਛ ਹੈ। ਤੇ ਉਹ ਇਸ ਵਾਸਤੇ ਉਸ ਬਹਿਸ 'ਚ ਪੈਣਾ ਵੀ ਨਹੀਂ, ਉਹ ਸੋਚ ਕਰਨੀ ਵੀ ਨਹੀਂ ਤੇ ਉਸ ਪਹਿਲਾਵੇ 'ਚ ਵੀ ਨਹੀਂ ਆਉਣਾ। ਤੋ ਇਹੋ ਜਿਹੀ ਕੋਈ ਗੱਲ ਨਹੀਂ ਹੈ, ਤੁਹਾਡੇ ਮਨ 'ਚ ਤੋਂ ਬੜਾ ਸਪਸ਼ਟ ਹੋ ਜਾਵੇ। ਬਾਕੀ ਇਹ 370 ਹਟਣੀ ਜਿਹੜੀ ਸੀ, ਮੈਂ ਸਮਝਦਾ ਕਿ ਇਤਿਹਾਸ ਨਾਲ ਇੱਕ ਬਹੁਤ ਵੱਡਾ ਖਿਲਵਾੜ ਹੋਇਆ ਸੀ। ਜਿਨ੍ਹਾਂ ਨੇ 377 ਸਥਾਪਿਤ ਕੀਤੀ, ਜਿਹੜੇ ਉਹਦੇ ਸਾਰੇ ਕੋਲੋਂ ਵੱਡੇ ਪੈਰੋਕਾਰ ਸਨ ਜਾਂ ਉਹਦੇ ਤਰਫਦਾਰ ਸਨ, ਪੰਡਿਤ ਜਵਾਹਰ ਲਾਲ ਨਹਿਰੂ ਸਨ, ਦੂਜੇ ਸਨ, ਉਹਨਾਂ ਨੇ ਆਪੇ ਲਿਖਵਾਇਆ ਸੀ ਆਈਨ ਵਿੱਚ ਕਿ ਆਰਜ਼ੀ ਹੈ, ਲੇਕਿਨ ਬਾਅਦ ਵਿੱਚ ਉਹਨੂੰ ਪਰਮਾਨੈਂਟ ਹੋਣ ਦਿੱਤਾ 70 ਸਾਲ, ਕਿਉਂਕਿ ਉਹਨਾਂ ਦੇ ਸਿਆਸੀ ਤੇ ਉਹਦੇ ਨਾਲ ਜੁੜ ਗਏ। ਤੇ ਮੋਦੀ ਜੀ ਨੇ ਉਹ ਅਨਾਮਲੀ ਕਰੈਕਟ ਕੀਤੀ 370। ਹੁਣ ਅਗਰ ਅਸੀਂ ਉਹਦਾ ਫਰਕ ਹੀ ਪਿਆ, ਅਗਰ ਮੈਂ ਜਾਵਾਂਗਾ ਤਾਂ ਸਾਰਾ ਦਿਨ ਲੱਗ ਜਾਵੇਗਾ, ਸਾਡੇ ਕੋਲ ਸਮੇਂ ਦੀ ਘੱਟ ਕਮੀ ਹੈ। ਇੱਕ ਛੋਟੀ ਜਿਹੀ ਮਿਸਾਲ ਮੈਂ ਤੁਹਾਨੂੰ ਦਿੰਦਾ, ਇਹ ਬਟਵਾਰਾ ਸਾਰਾ ਇੱਥੋਂ ਹੀ ਹੋਇਆ ਪੰਜਾਬ ਤੋਂ, ਜਿਸ ਵੇਲੇ ਪਾਕਿਸਤਾਨ ਬਣਿਆ। ਉਹ ਸਾਰਿਆਂ ਕੋਲ ਜ਼ਿਆਦਾ ਨੁਕਸਾਨ ਵੀ, ਸਾਰੀ ਜਿਹੜੀ ਲੋਕੀ ਬੇਘਰ ਹੋ ਕੇ ਆਏ, ਕਤਲੋ ਗਾਰਤ ਵੀ ਹੋਈ, ਸਾਰਾ ਕੁਝ ਇੱਥੇ ਹੀ ਹੋਇਆ। ਇੱਥੇ ਹੋਇਆ ਕੋਈ ਥੋੜ੍ਹਾ ਬਹੁਤ ਬੰਗਾਲ 'ਚ ਹੋਇਆ। ਤੇ ਜਿਹੜੇ ਪਾਕਿਸਤਾਨ ਤੋਂ ਇੱਥੇ ਆਏ, ਵਸ ਗਏ, ਉਹਨਾਂ ਨੂੰ ਆਦਰ ਸਨਮਾਨ ਵੀ ਮਿਲਿਆ। ਉਹਨਾਂ ਨੇ ਬੜੇ ਬੜੇ ਮੁਲਕ ਦੇ ਵਾਸਤੇ ਵੀ ਕੰਮ ਕੀਤੇ, ਆਪਣੇ ਵਾਸਤੇ ਵੀ ਕੰਮ ਕੀਤੇ, ਆਪਣਾ ਵੀ ਨਾਂ ਰੌਸ਼ਨ ਕੀਤਾ। ਜੇ ਜਿਹੜੇ ਜਾ ਕੇ ਜੰਮੂ ਕਸ਼ਮੀਰ ਵਸੇ, ਉਹਨਾਂ ਨੂੰ ਤੁਸੀਂ ਨਾਗਰਿਕਤਾ ਦਾ ਅਧਿਕਾਰ ਵੀ ਨਹੀਂ ਦਿੱਤਾ, ਸਿਟੀਜ਼ਨਸ਼ਿਪ ਰਾਈਟ ਨਹੀਂ ਦਿੱਤਾ, ਵੋਟਿੰਗ ਰਾਈਟ ਨਹੀਂ ਦਿੱਤਾ। ਜੇ ਵੋਟਿੰਗ ਰਾਈਟ ਨਾ ਹੋਵੇ ਤਾਂ ਬੰਦਾ ਇਲੈਕਸ਼ਨ ਵੀ ਨਹੀਂ ਖੜਾ ਹੋ ਸਕਦਾ। ਤੇ ਮੈਂ ਕਦੀ ਕਦੀ ਇਹ ਸੋਚਣਾ ਕਿ ਦੋ ਬੰਦੇ ਇਸੇ ਤਬਕੇ ਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ। ਇੰਦਰ ਕਰਵਾਰ ਗੁਜਰਾਲ ਸਾਹਿਬ ਇੱਥੋਂ ਹੀ ਜਲੰਧਰ ਉੱਠ ਕੇ, ਡਾਕਟਰ ਮਨਮੋਹਨ ਸਿੰਘ ਜ਼ਿਲ੍ਹਾ ਜੇਹਲਮ ਤੋਂ ਆਏ ਸਨ ਪਾਕਿਸਤਾਨੀ 'ਚ, ਜਿਹੜਾ ਉਹ ਵੀ ਬਣੇ। ਤੇ ਜੇ ਕਦੀ ਤੁਸੀਂ ਸੋਚਿਓ ਅਗਰ ਇਹ ਜਾ ਕੇ ਜੰਮੂ ਵਸੇ ਹੁੰਦੇ ਫਿਰ ਕੀ ਹੋਣਾ ਸੀ? ਫਿਰ ਕਿਸਮਤ ਨੇ ਇਹਨਾਂ ਦੇ ਟੇਵੇ 'ਚ ਰਾਜਯੋਗ ਲਿਖਿਆ ਸੀ, ਲੇਕਿਨ ਜੰਮੂ ਕਸ਼ਮੀਰ ਨੇ ਕਹਿਣਾ ਸੀ ਜੀ ਇਹ 370 ਹੈ, ਤੁਸੀਂ ਅੱਗੇ ਨਹੀਂ ਵੱਧ ਸਕਦੇ। ਤਾਂ ਕਿੰਨਾ ਵੱਡਾ ਇਹ ਨਾ ਇਨਸਾਫੀ ਹੋ ਰਹੀ ਸੀ। ਮੈਂ ਤੇ ਕਹਾਂਗਾ ਇਹ ਸਿਰਫ ਕਾਂਸਟੀਟਿਊਸ਼ਨਲ ਨਹੀਂ, ਹਿਊਮਨ ਇਨਜਸਟਿਸ ਵੀ ਸੀ। ਅੱਜ ਤੇ ਤੁਸੀਂ ਕਿਸੇ ਬੈਰੂਨੀ ਮੁਲਕ ਹੀ ਚਲੇ ਜਾਓ, 6-7 ਸਾਲਾਂ ਬਾਅਦ ਤੁਹਾਨੂੰ ਗ੍ਰੀਨ ਕਾਰਡ ਉੱਥੇ ਦੀ ਨਾਗਰਿਕਤਾ ਮਿਲੇ। ਤਾਂ ਇਹੋ ਜਿਹੇ ਬੜੇ ਕੰਮ ਸਨ ਜਿਹੜੇ ਕਿ ਪਹਿਲੇ ਹੋ ਜਾਣੇ ਚਾਹੀਦੇ ਸਨ। ਜਿਹੜਾ ਲੋਕਤੰਤਰ ਦਾ, ਆਜ਼ਾਦੀ ਦਾ ਜਿਹੜਾ ਅਹਿਸਾਸ ਮੁਲਕ ਦੇ ਬਾਕੀ ਬਸ਼ਿੰਦਿਆਂ ਨੂੰ ਹੋਇਆ, ਉਹ ਜੰਮੂ ਕਸ਼ਮੀਰ ਨਹੀਂ ਹੋ ਸਕਿਆ। ਉਹ ਪਹਿਲੀ ਵਾਰੀ ਮੋਦੀ ਜੀ ਦੀ ਬਦੌਲਤ ਹੋਇਆ। ਬਾਕੀ ਹੋਰ ਜਿਹੜੇ ਪ੍ਰਾਪਰਟੀ ਰਾਈਟਸ ਹਨ, ਸਾਡੇ ਬੇਟੀਆਂ ਦੇ ਵਗੈਰਾ ਵਗੈਰਾ, ਕਾਫੀ ਸਾਰੀਆਂ ਗੱਲਾਂ। ਔਰ ਦਹਿਸ਼ਤਗਰਦੀ ਦਾ ਜਿੱਥੇ ਸਵਾਲ ਹੈ, ਤੁਸੀਂ ਦੇਖਿਓ ਪਿਛਲੇ 3 ਸਾਲਾਂ ਵਿੱਚ ਕਿਤੇ ਪੱਥਰਬਾਜ਼ੀ ਦੀ ਕੋਈ ਰਿਪੋਰਟ ਨਹੀਂ ਆਈ। ਮੀਡੀਆ ਵਿੱਚ ਤੇ ਆਉਂਦਾ ਹੀ ਸਾਰਾ ਦਿਨ ਇਹੋ ਹੀ ਸੀ। ਹੁਣ ਉਹ ਜਿਹੀ ਗੱਲ ਹੀ ਨਹੀਂ ਹੈ। ਉਲਟਾ ਹੁਣ ਐਸੀਆਂ ਗੱਲਾਂ ਹੋ ਰਹੀਆਂ ਜਿਹੜੀਆਂ ਮੀਡੀਆ 'ਚ ਰਿਪੋਰਟਿੰਗ ਹੀ ਨਹੀਂ ਹੁੰਦੀ। ਯਾਨੀ ਰਿਕਾਰਡ ਟੂਰਿਸਟ ਗਿਆ ਇਸ ਵਾਰੀ ਕਰੋੜਾਂ ਦੀ ਤਾਦਾਦ ਵਿੱਚ ਕਸ਼ਮੀਰ ਵਿੱਚ। ਹੋਟਲ ਫੁੱਲ ਹੋ ਗਏ, ਲੋਕਾਂ ਨੇ ਆਪਣਾ ਹੋਮ ਟੂਰਿਜ਼ਮ ਸ਼ੁਰੂ ਕੀਤਾ, ਲੋਕਾਂ ਦੇ ਘਰਾਂ ਦੇ ਕਮਰੇ ਖਤਮ ਹੋ ਗਏ। ਇਸੇ ਲਈ ਜਤਿੰਦਰ ਸਿੰਘ ਹੁਣਾਂ ਨੂੰ ਲੱਗਦਾ ਕਿ ਮੋਦੀ ਗਵਰਨਮੈਂਟ ਦਾ ਅਗਲਾ ਸਟੈਪ ਜਾਂ ਅਗਲਾ ਡ੍ਰੀਮ ਉਹਨਾਂ ਦਾ ਹੈਗਾ POK ਨੂੰ ਭਾਰਤ ਦੇ ਵਿੱਚ ਸ਼ਾਮਲ ਕਰਵਾਇਆ ਜਾਏ। ਨਹੀਂ, ਮੈਂ ਉਸ ਗੱਲ ਨੂੰ ਮੀਡੀਆ ਵਾਲੇ ਆਪਣੇ ਤਰੀਕੇ ਨਾਲ ਪ੍ਰੋਜੈਕਟ ਕਰਦੇ, ਲੇਕਿਨ ਹਕੀਕਤ ਇਹ ਵੇ ਕਿ 1994 ਵਿੱਚ ਪਾਰਲੀਮੈਂਟ ਵਿੱਚ ਇੱਕ ਰੈਜ਼ੋਲੂਸ਼ਨ ਲਾਇਆ ਗਿਆ ਸੀ। ਔਰ ਰੈਜ਼ੋਲੂਸ਼ਨ ਕਿਹਨੇ ਲਿਆਂਦਾ ਸੀ? ਬੀਜੇਪੀ ਨੇ ਨਹੀਂ ਸੀ ਲਿਆਂਦਾ, ਸਾਡੀ ਸਰਕਾਰ ਨਹੀਂ, ਸਰਕਾਰ ਨਰਸਿਮਹਾ ਰਾਓ ਜੀ ਦੀ ਸੀ, ਕਾਂਗਰਸ ਸਰਕਾਰ ਸੀ। ਅਸੀਂ ਉਹਦੀ ਹਿਮਾਇਤ ਕੀਤੀ ਸੀ ਯੂਨਾਨੀਮਸ। ਉਸ ਰੈਜ਼ੋਲੂਸ਼ਨ ਵਿੱਚ ਲਿਖਿਆ ਗਿਆ ਸੀ ਕਿ ਜੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਕੋਈ ਇਸ਼ੂ ਰਹਿ ਗਿਆ ਤਾਂ ਉਹ ਮੈਂ ਜ਼ਿੰਦਾ ਕਿ ਜਿਹੜਾ ਉੱਥੇ ਹਿੱਸਾ ਪਾਕਿਸਤਾਨ ਨੇ ਆਪਣੇ ਨਜਾਇਜ਼ ਕਬਜ਼ੇ 'ਚ ਰੱਖਿਆ, ਉਹਨੂੰ ਕਿਸ ਤਰ੍ਹਾਂ ਵਾਪਸ ਹਿੰਦੁਸਤਾਨ ਵਿੱਚ ਸ਼ਾਮਲ ਕਰਨਾ। ਇਹ ਰੈਜ਼ੋਲੂਸ਼ਨ ਕਾਂਗਰਸ ਗਵਰਨਮੈਂਟ ਹੈਡਡ ਬਾਈ ਨਰਸਿਮਹਾ ਰਾਓ ਜੀ ਪ੍ਰਾਈਮ ਮਿਨਿਸਟਰ ਨੇ ਲਿਆਉਂਦੀ। ਅਸੀਂ ਉਹਦੀ ਹਿਮਾਇਤ ਕੀਤੀ। ਲੇਕਿਨ ਜਿਸ ਤਰ੍ਹਾਂ ਕਾਂਗਰਸ ਆਪਣੀਆਂ ਰੈਜ਼ੋਲੂਸ਼ਨਾਂ ਨੂੰ ਭੁੱਲ ਜਾਂਦੀ ਹੈ, ਲੇਕਿਨ ਅਸੀਂ ਨਹੀਂ ਭੁੱਲੇ। ਗੱਲ ਸਿਰਫ ਇੰਨੀ ਹੈ, ਉਹ ਹਜੇ ਏਜੰਡੇ ਤੇ ਹੈਗਾ। ਨਹੀਂ, ਮੈਂ ਉਹ ਨਹੀਂ ਕਹਾਂਗਾ ਕਿਉਂਕਿ ਉਹ ਤਾਂ ਬੜੀ ਵੱਡੀ ਗੱਲ ਹੈ, ਕਹਿਣ ਵਾਲੀ ਛੋਟੇ ਮੂੰਹ ਵੱਡੀ ਗੱਲ ਹੋ ਜਾਏਗੀ। ਲੇਕਿਨ ਮੈਂ ਸਮਝਦਾ ਕਿ ਇਹ ਇੱਕ ਪਾਰਲੀਮੈਂਟ ਦਾ ਇੱਕ ਮਜਮੂਈ ਇੱਕ ਫੈਸਲਾ ਹੈ। ਇਹਦੇ 'ਚ ਸਿਰਫ ਇਹ ਨਹੀਂ ਕਿ ਮੇਰੇ ਕਹਿਣ ਨਾਲ ਕੁਝ ਹੋ ਰਿਹਾ ਜਾਂ BJP ਦੇ ਕਹਿਣ ਨਾਲ। ਇਹ ਅਗਰ ਕਾਂਗਰਸ ਇਸ ਨੂੰ ਨਕਾਰਦੀ ਹੈ, ਉਹ ਇਸ ਵਾਸਤੇ ਨਕਾਰਦੀ ਹੈ ਕਿ ਮੌਕਾ ਪ੍ਰਸਤੀ ਦੀ ਰਾਜਨੀਤੀ ਹੈ ਉਹਨਾਂ ਦੀ। ਜਿਸ ਲਈ ਜਿਹੜੀ ਗੱਲ ਸੂਟ ਕਰਦੀ ਉਸ ਲਈ ਕਹਿ ਛੱਡੀ, ਜਿਸ ਲਈ ਨਹੀਂ ਕਰਦੀ ਉਸ ਲਈ ਆਪੇ ਭੁੱਲ ਗਏ। 370 ਵੀ ਇਹੋ ਜਿਹਾ ਹੋਇਆ। ਲੇਕਿਨ ਭਾਰਤੀ ਜਨਤਾ ਪਾਰਟੀ 'ਚ ਇੱਕ ਸਟੇਬਿਲਿਟੀ, ਕੰਸਿਸਟੈਂਸੀ
ਬਹੁਤ ਸ਼ੁਕਰੀਆ। ਵੈਸੇ ਤੇ ਪੂਰੀ ਰਾਜਨੀਤੀ ਇਸ ਤਰ੍ਹਾਂ ਦੇ ਨਾਲ ਹੁੰਦੀ ਹੈ ਕਿ ਜਿੰਨੀ ਕਿ ਕਿਸੇ ਨੂੰ ਵਾਰਾ ਖਾਂਦੀ ਗੱਲ ਉਨੀ ਕੁ ਕਰ ਲਓ, ਆਪਣੇ ਕੰਫਰਟ ਜ਼ੋਨ 'ਚ ਰਹਿ ਕੇ ਹੀ ਪਾਰਟੀ ਕੋਈ ਵੀ ਇਹ ਗੱਲ ਕਰਦੀ ਹੈ। ਤੋ ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਕੌਨਕਲੇਵ ਦੇ ਇਸ ਸੈਸ਼ਨ ਦੇ ਵਿੱਚ ਫਿਲਹਾਲ ਇਹਨਾਂ ਹੀ, ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਦੇ ਨਾਲ ਅਸੀਂ ਨੈਕਸਟ ਸੈਕਸ਼ਨ ਦੇ ਵਿੱਚ ਗੱਲਬਾਤ ਜ਼ਰੂਰ ਕਰਾਂਗੇ। ਧੰਨਵਾਦ।